ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਣਾ ਅਸੀਂ ਦੇ ਨਹੀਂ ਸਕਦੇ। ਜੇ ਅੱਜ ਸਾਡੀ ਅਣਖ ਗੈਰਤ ਪਛਾਣ ਬਚੀ ਹੋਈ ਹੈ, ਇਸ ਦੇਸ਼ ਦੀ ਅਣਖ ਗੈਰਤ ਪਛਾਣ ਬਚੀ ਹੋਈ ਹੈ, ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦੇ ਕਰਕੇ ਹੈ। ਇਸ ਲਈ ਦੇਸ਼ਾਂ ਵਿਦੇਸ਼ਾਂ ਤੋਂ, ਦੇਸ਼ ਦੇ ਹਰ ਇੱਕ ਪਿੰਡ ਸ਼ਹਿਰ ਮਹੱਲੇ ਤੋਂ ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਪੁੱਜੋ। ਆਪਣਾ ਅਕੀਦਾ ਸਿਜਦਾ ਭੇਂਟ ਕਰਕੇ ਝੋਲੀਆਂ ਭਰ ਕੇ ਜਾਓ। ਤੇਗ ਬਹਾਦਰ ਸਿਮਰੈ ਹਰ ਨਉ ਨਿਧ ਆਵੈ ਧਾਏ, ਸਭ ਥਾਈ ਹੁਣ ਸਹਾਇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਗੁਰੂ ਘਰਾਂ ਦੀ ਮਹਾਨ ਸੇਵਾਵਾਂ ਕਰਵਾ ਰਹੇ ਹਨ। ਉਹਨਾਂ ਸੇਵਾਵਾਂ ਦੇ 'ਚ ਤਨ ਮਨ ਧਨ ਨਾਲ ਅੱਗੇ ਵੱਧ ਕੇ ਹਿੱਸਾ ਪਾਓ। ਵਿਸ਼ੇਸ਼ ਕਰਕੇ ਗੁਰੂ ਕੇ ਲੰਗਰ ਅਤੇ ਗੁਰੂ ਕੀ ਦੇਗ ਲਈ ਰਸਦ ਸਮੱਗਰੀ ਵੱਧ ਤੋਂ ਵੱਧ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਹੁੰਚਾਓ। ਕਥਾ ਦੀ ਸੇਵਾਵਾਂ ਮੇਰੇ ਅਜ਼ੀਜ਼ ਭਾਈ ਕਰਨਜੀਤ ਸਿੰਘ ਜੀ ਗੁਰਦੁਆਰਾ ਬੇਰ ਸਾਹਿਬ ਨਿਭਾ ਰਹੇ ਨੇ। ਸੁੰਦਰ ਪ੍ਰਮਾਣ ਦੇ ਕੇ ਵਿਦਵਤਾ ਭਰਪੂਰ ਕਥਾ ਕਰਦੇ ਹਨ। ਟਿਕ ਕੇ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨਾ ਮੇਟੈ ਦਾਤ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੇਗ ਬਹਾਦਰ ਸਿਮਰਿਐ, ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਨਾਵੇਂ ਪਾਤਸ਼ਾਹ ਤਿਲਕ ਜੰਝੂ ਦੇ ਰਾਖੇ, ਧਰਮ ਰੱਖਿਅਕ ਸਤਿਗੁਰੂ, ਡੁੱਬਦੇ ਬੇੜਿਆਂ ਨੂੰ ਪਾਰ ਕਰਨ ਵਾਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਮਹਾਨ ਪਾਵਨੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਬਾਣੀ ਦੇ ਨਿਤਨੇਮ ਹੋਏ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸਤਿਗੁਰੂ ਜੀ ਨੇ ਧੁਰ ਕੀ ਬਾਣੀ ਦਾ ਕੀਰਤਨ, ਧੁਰ ਕੀ ਬਾਣੀ ਦੀ ਕਥਾ, ਇਹ ਸੁਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ,
ਸੋ ਇਹ ਪਾਵਨ ਸ਼ਬਦ ਗੂਜਰੀ ਰਾਗ ਦੀ ਦੂਸਰੀ ਵਾਰ ਦੀ 18ਵੀਂ ਪੌੜੀ ਸ਼ਲੋਕਾਂ ਦੇ ਸਹਿਤ ਜੋ ਇਸ ਪਵਿੱਤਰ ਅਸਥਾਨ ਦੇ ਸਤਿਕਾਰਯੋਗ ਹੈਡ ਗ੍ਰੰਥੀ ਸਹਿਬਾਨ ਗਿਆਨੀ ਹਰਨਾਮ ਸਿੰਘ ਜੀ ਤਿੰਨਾਂ ਦੀ ਰਚਨਾ ਤੋਂ ਆਪਾਂ ਪਾਵਨ ਪਾਠ ਸਰਵਣ ਕੀਤਾ ਹੈ। ਜਿਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ, ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਬਾਣੀ ਦਾ ਖਜ਼ਾਨਾ ਗਰੀਬ ਨਵਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਧੁਰ ਕੀ ਬਾਣੀ ਇੱਕ ਸਾਧ ਸੰਗਤ ਜੀ ਇਹ ਸਾਗਰ ਹੈ, ਸਮੁੰਦਰ ਹੈ, ਰਤਨਾਂ ਦੇ ਨਾਲ ਭਰਿਆ ਹੋਇਆ ਹੈ। ਮਹਾਰਾਜ ਸਾਹਿਬ ਅੰਮ੍ਰਿਤ ਬਾਣੀ 'ਚ ਕਹਿੰਦੇ ਹਨ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਬਾਣੀ ਵਿੱਚ ਸਾਰੇ ਅੰਮ੍ਰਿਤ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਔਰ ਸਾਧ ਸੰਗਤ ਜੀ ਇਹ ਅਮੋਲਕ ਰਤਨਾਂ ਦਾ ਸਾਗਰ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਰਾਗਾਂ ਦੇ ਵਿੱਚ, ਰਾਗਣੀਆਂ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਕੀ ਬਾਣੀ ਦਾ ਸਹਿਜ ਪਾਠ ਕਰਨ ਵਾਲੇ ਗੁਰਮੁਖ ਮਾਈ ਭਾਈ ਭਲੀ ਪ੍ਰਕਾਰ ਜਾਣਦੇ ਹਨ। 31 ਰਾਗ ਰਾਗਣੀਆਂ ਹਨ ਅੰਮ੍ਰਿਤ ਬਾਣੀ ਦੇ ਅੰਦਰ ਸਾਧ ਸੰਗਤ ਜੀ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਹ ਰਾਗਾਂ ਦੇ ਵਿੱਚ, ਰਾਗਣੀਆਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਉੱਥੇ ਕੁਝ ਰਾਜ ਮੁਕਤ ਬਾਣੀ ਵੀ ਹੈ, ਭਾਵ ਰਾਗਾਂ ਤੋਂ ਅਲੱਗਾ ਵੀ ਗੁਰੂ ਕੀ ਬਾਣੀ ਹੈ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ, ਜਪਜੀ ਸਾਹਿਬ ਤੋਂ ਲੈ ਕਰਕੇ ਰਾਗਮਾਲਾ ਦੀ ਸਮਾਪਤੀ ਤੱਕ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇਹ ਜੋ ਅੰਮ੍ਰਿਤ ਬਾਣੀ ਦਾ ਖਜ਼ਾਨਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ। ਧੰਨ ਸਤਿਗੁਰੂ ਗਰੀਬ ਨਵਾਜ ਨੇ ਉੱਥੇ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਦੇ ਅੰਦਰ 22 ਵਾਰਾਂ ਹਨ, ਕਿਉਂਕਿ ਇਹ ਗੂਜਰੀ ਕੀ ਵਾਰ ਦੇ ਵਿੱਚੋਂ ਅੰਮ੍ਰਿਤ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਤੇ 22 ਵਾਰਾਂ ਦੇ ਵਿੱਚੋਂ ਸਾਧ ਸੰਗਤ ਜੀ ਇਹ ਇੱਕ ਵਾਰ ਹੈ ਜਿੱਥੇ ਮਹਾਰਾਜ ਸਾਹਿਬ ਜੀ ਨੇ 31 ਰਾਗ ਰਾਗਣੀਆਂ ਆਪ ਜੀ ਨੇ ਫਰਮਾਏ। ਉੱਥੇ 22 ਵਾਰਾਂ ਹਨ ਗੁਰੂ ਸਾਹਿਬਾਂ ਦੀਆਂ, ਉਹਦੇ ਵਿੱਚੋਂ 21 ਵਾਰਾਂ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ ਤੇ ਇੱਕ ਵਾਰ ਗੁਰੂ ਘਰ ਦੇ ਕੀਰਤਨੀਆਂ ਦੀ ਉਚਾਰਨ ਕੀਤੀ ਹੋਈ ਹੈ। ਰਾਮ ਕਲੀ ਕੀ ਤੀਸਰੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਭਾਈ ਸੱਤਾ ਜੀ ਤੇ ਰਾਏ ਬਲਵੰਡ ਜੀ ਨੇ ਇੱਕ 8 ਪੌੜੀਆਂ ਦੀ ਵਾਰ ਉਚਾਰਨ ਕੀਤੀ ਹੈ, ਰਾਮ ਕਲੀ ਕੀ ਤੀਸਰੀ ਵਾਰ। ਉਹਦੇ ਸਮੇਤ 22 ਵਾਰਾਂ ਹਨ ਸਾਧ ਸੰਗਤ ਜੀ। 22 ਵਾਰਾਂ ਦੇ ਵਿੱਚੋਂ ਇਹ ਗੂਜਰੀ ਕੀ ਜੋ ਦੂਸਰੀ ਵਾਰ ਹੈ, ਕਿਉਂਕਿ ਕੁਝ ਰਾਗਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 2-2 ਵਾਰਾਂ ਵੀ ਉਚਾਰਨ ਕੀਤੀਆਂ ਹਨ। ਇਹ ਗੂਜਰੀ ਰਾਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ 5ਵਾਂ ਰਾਗ ਹੈ ਸਾਧ ਸੰਗਤ ਜੀ। ਪਹਿਲਾ ਸ੍ਰੀ ਰਾਗ ਹੈ, ਦੂਸਰਾ ਮਾਝ ਹੈ, ਤੀਸਰਾ ਗੌੜੀ ਹੈ, ਚੌਥਾ ਆਸਾ ਹੈ ਤੇ 5ਵੇਂ ਨੰਬਰ ਤੇ ਗੂਜਰੀ ਹੈ। ਜੇ ਆਪਾਂ ਤਰਤੀਬ ਦੇ ਨਾਲ ਵੇਖਦੇ ਹਾਂ ਤੇ ਫਿਰ ਇਹ 31 ਰਾਗ ਰਾਗਣੀਆਂ ਹਨ, ਸ੍ਰੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ। ਸ੍ਰੀ ਰਾਗ, ਮਾਝ, ਗੌੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ,
ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਅਤੇ ਜੈਜਾਵੰਤੀ। ਕਿਉਂਕਿ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਦੂਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਵਿੱਚ ਆਉਂਦੀ ਹੈ। ਗਿਣਤੀ ਦੇ 63 ਸ਼ਲੋਕ ਹਨ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਚੌਥੇ ਅਤੇ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸੋਢੀ ਸੁਲਤਾਨ ਸਤਿਗੁਰੂ ਅਤੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਦੋਵਾਂ ਗੁਰੂ ਸਾਹਿਬਾਂ ਦੀ 30 ਰਾਗਾਂ ਵਿੱਚ ਬਾਣੀ ਆਉਂਦੀ ਹੈ। ਅੱਗੇ ਸਾਧ ਸੰਗਤ ਜੀ 6ਵੇਂ 7ਵੇਂ ਤੇ 8ਵੇਂ ਸਰੂਪ ਵਿੱਚ ਅੰਮ੍ਰਿਤ ਬਾਣੀ ਨਹੀਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ, ਪਰ ਇਸੇ ਹੀ ਬਾਣੀ ਦਾ ਅਦਬ ਸਤਿਕਾਰ ਕਿੰਨਾ ਕਰਵਾਇਆ। ਆਪਣੇ ਸਰੀਰ ਤੋਂ ਵੀ ਵੱਧ ਕੇ ਤੇ ਬਾਣੀ ਦਾ ਪ੍ਰਚਾਰ ਪ੍ਰਸਾਰ ਮਹਾਰਾਜ ਸਾਹਿਬ ਜੀ ਨੇ ਕੀਤਾ। ਫਿਰ 9ਵੇਂ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੇ ਮਹਾਨ ਸ਼ਹੀਦੀ ਅਸਥਾਨ ਤੇ ਗੁਰੂ ਕੇ ਚਰਨਾਂ 'ਚ ਹਾਜ਼ਰੀ ਭਰ ਰਹੇ ਹਾਂ, ਮਹਾਰਾਜ ਨੇ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਗੌੜੀ ਰਾਗ ਤੋਂ ਲੈ ਕੇ ਤੇ ਜੈਜਾਵੰਤੀ ਰਾਗ ਤੱਕ ਵੱਖ-ਵੱਖ ਰਾਗਾਂ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ 15 ਰਾਗਾਂ ਦੇ ਵਿੱਚ 59 ਸ਼ਬਦ ਆਉਂਦੇ ਹਨ। ਇੱਕ ਘੱਟ 60 ਸ਼ਬਦ, 59 ਸ਼ਬਦ ਤੇ 57 ਭੋਗ ਦੇ ਸ਼ਲੋਕ ਹਨ, ਜੋ ਮਹਾਰਾਜ ਸਾਹਿਬ ਜੀ ਨੇ ਇੱਥੇ ਹੀ ਸਾਧ ਸੰਗਤ ਜੀ ਜਦੋਂ ਪਿੰਜਰੇ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ, ਸਾਰੇ ਸੰਸਾਰ ਦੇ ਬੰਧਨ ਕੱਟਣ ਵਾਲੇ ਸਤਿਗੁਰੂ ਜੀ ਮਹਾਰਾਜ ਸਾਹਿਬ ਜੀ, ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲੇ, ਜਬਰ ਤੇ ਜ਼ੁਲਮ ਨੂੰ ਮਹਾਰਾਜ ਸਾਹਿਬ ਜੀ ਆਪਣੇ ਸਬਰ ਤੇ ਸ਼ਾਂਤੀ ਦੇ ਨਾਲ, ਸੱਚੇ ਪਾਤਸ਼ਾਹ ਜੀ ਇਹ ਜਬਰ ਜ਼ੁਲਮ ਨੂੰ ਠੱਲ ਪਾਉਣ ਵਾਲੇ ਸਤਿਗੁਰੂ ਜੀ ਨੇ ਇੱਥੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰ ਰਹੇ ਸਨ, ਕਸ਼ਮੀਰੀ ਪੰਡਤਾਂ ਦੇ ਬੇਨਤੀ ਕਰਨ ਤੋਂ ਇੱਥੇ ਆਏ ਸੀ ਧਰਮ ਦੀ ਰਾਖੀ ਵਾਸਤੇ, ਤਿਲਕ ਜੰਝੂ ਦੀ ਰਾਖੀ ਵਾਸਤੇ, ਤਾਂ ਭੋਗ ਦੇ 57 ਸ਼ਲੋਕ ਮਹਾਰਾਜ ਸਾਹਿਬ ਜੀ ਨੇ ਇੱਥੇ ਹੀ ਉਚਾਰਨ ਕੀਤੇ ਹਨ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਜੋ 22 ਵਾਰਾਂ ਉਚਾਰਨ ਕੀਤੀਆਂ, ਉਹਦੇ ਵਿੱਚੋਂ ਇਹ ਗੂਜਰੀ ਕੀ ਦੂਸਰੀ ਵਾਰ ਹੈ ਔਰ ਇਹਦੀਆਂ 21 ਪੌੜੀਆਂ ਹਨ। ਸਾਧ ਸੰਗਤ ਜੀ 21 ਪੌੜੀਆਂ ਦੇ ਵਿੱਚੋਂ ਅੱਜ 18ਵੀਂ ਪੌੜੀ ਸ਼ਲੋਕਾਂ ਦੇ ਸਮੇਤ ਮਹਾਰਾਜ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗਰੀਬ ਨਵਾਜ ਸਤਿਗੁਰੂ ਜੀ ਜਿਵੇਂ ਕਿਰਪਾ ਕਰਦੇ ਗੁਰੂ ਕੇ ਪਵਿੱਤਰ ਉਪਦੇਸ਼ ਦੇ ਨਾਲ ਜੁੜੀਏ। ਇੱਕ ਵਾਰੀ ਸਾਰੀ ਸੰਗਤ ਰਸਨਾ ਪਵਿੱਤਰ ਕਰਦੇ ਹੋਏ ਪ੍ਰੇਮ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਸਤਿਗੁਰੂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਉਚਾਰਨ ਕਰਦੇ ਆ। ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ। ਹੇ ਪ੍ਰਭੂ, ਮੇਰੇ ਅੰਦਰੋਂ ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਮਦ ਨਾਮ ਹੈ ਹੰਕਾਰ ਦਾ, ਹੰਕਾਰ ਦੀ ਮਸਤੀ ਅਤੇ ਲੋਭ ਮੋਹ ਤੇ ਭੈੜੀਆਂ ਵਾਸ਼ਨਾਵਾਂ ਦੀ ਨਿਵਰਤੀ ਕਰੋ ਜੀ। ਇਹਨਾਂ ਨੂੰ ਅੰਦਰੋਂ ਮਹਾਰਾਜ ਨਿਵਰਤ ਕਰ ਦਿਓ, ਅੰਦਰੋਂ ਖਤਮ ਕਰ ਦਿਓ। ਸਾਨੂੰ ਸੰਸਾਰੀ ਜੀਵਾਂ ਨੂੰ ਬੇਨਤੀ ਕਰਨ ਦਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਢੰਗ ਦੱਸ ਰਹੇ ਆ। ਗੁਰੂ ਸਾਹਿਬਾਂ ਨੇ ਆਪਣੀ ਰਸਨਾ ਤੋਂ ਆਪਣੀ ਅੰਮ੍ਰਿਤ ਬਾਣੀ ਉਚਾਰਨ ਕੀਤੀ। ਕੁਝ ਸ਼ਬਦ ਬੇਨਤੀ ਰੂਪ ਦੇ ਵਿੱਚ ਮਹਾਰਾਜ ਨੇ ਉਚਾਰੇ ਆ ਤੇ ਇਹ ਭਾਵ ਹੈ ਵੀ ਉਹਨਾਂ ਸ਼ਬਦਾਂ ਨੂੰ ਜਦੋਂ ਗੁਰੂ ਕਾ ਸਿੱਖ ਪੜ੍ਹੇ, ਸੁਣੇ ਤੇ ਵਿਚਾਰੇ ਤੇ ਆਪਣੇ ਵੱਲੋਂ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੇ ਕਿ ਮਹਾਰਾਜ ਕਿਰਪਾ ਕਰੋ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਗੁਰੂਦੇਵ ਜੀ ਸਾਡੇ ਤੇ ਪ੍ਰਸਾਦ ਕਰੋ, ਕਿਰਪਾ ਕਰੋ। ਤੇ ਮਹਾਰਾਜ ਅੰਦਰੋਂ ਕਾਮ ਦਾ ਫੁਰਨਾ, ਕ੍ਰੋਧ ਦਾ,
ਲੋਭ ਮੋਹ ਤੇ ਹੰਕਾਰ ਇਹ ਖਤਮ ਹੋ ਜਾਣ। ਇਹ ਸਾਧ ਸੰਗਤ ਜੀ ਪਾਏ ਤਾਂ ਆਪ ਹੀ ਆ ਪਰਮੇਸ਼ਰ ਨੇ ਅੰਦਰ ਹਰ ਇੱਕ ਸਰੀਰ ਦੇ, ਪਰ ਪਾਣੀ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਵਗੇ ਤੇ ਤਾਂ ਉਹ ਸੁੱਖ ਦਾ ਸਾਧਨ ਵੀ ਬਣ ਜਾਂਦਾ ਹੈ। ਕਿਉਂਕਿ ਦਰਿਆ ਨਦੀਆਂ ਚੱਲਦੇ ਆ, ਉਹਨਾਂ ਦਾ ਪਾਣੀ ਜਿਹੜਾ ਹੈ, ਜਿਸ ਇਲਾਕੇ ਦੇ ਵਿੱਚ ਪਾਣੀ ਖਾਰਾ ਹੈ ਉੱਥੇ ਦਰਿਆਵਾਂ ਦਾ ਪਾਣੀ ਸਾਫ਼ ਕਰਕੇ ਪੀਤਾ ਜਾਂਦਾ ਹੈ। ਫਿਰ ਉਹ ਸੁੱਖ ਦਾ ਸਾਧਨ ਵੀ ਬਣਦੇ ਆ ਨਦੀਆਂ ਤੇ ਦਰਿਆ। ਪਰ ਉਹੀ ਦਰਿਆ ਜਦੋਂ ਉਛਲ ਕੇ ਕੰਢਿਆਂ ਤੋਂ ਬਾਹਰ ਹੋ ਜਾਂਦੇ ਆ ਤੇ ਫਿਰ ਉਹ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦੇ ਆ। ਫਿਰ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦੇ ਆ ਤੇ ਫਿਰ ਉਹ ਦੁਖਦਾਈ ਵੀ ਬਣ ਜਾਂਦੇ ਆ। ਫਸਲਾਂ ਵੀ ਤਬਾਹ ਹੁੰਦੀਆਂ, ਫਿਰ ਘਰ ਵੀ ਤਬਾਹ ਹੁੰਦੇ ਆ। ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਇਹ ਕਾਮ ਸੰਸਾਰ ਦੀ ਉਤਪਤੀ ਦਾ ਕਾਰਨ ਹੈ, ਪਰ ਇਹ ਸੀਮਾ ਦੇ ਵਿੱਚ ਰਵੇ, ਮਰਿਆਦਾ ਦੇ ਵਿੱਚ ਰਵੇ। ਗ੍ਰਸਤੀ ਹੈ ਤੇ ਗ੍ਰਸਤੀ ਵਾਸਤੇ ਗ੍ਰਸਤ ਧਰਮ ਮਹਾਰਾਜ ਨੇ ਨਿਯਮ ਰੱਖੇ ਆ। ਸਤਿਗੁਰੂ ਜੀ ਨੇ 5 ਕਕਾਰ ਬਖਸ਼ਿਸ਼ ਕੀਤੇ, ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ 5 ਕਕਾਰਾਂ ਦੀ ਰਹਿਤ ਦੇ ਵਿੱਚ ਰਹਿਣਾ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਕੰਘੇ ਦੀ ਵੀ ਰਹਿਤ ਹੈ, ਜਿੱਥੇ ਕੇਸਾਂ ਵਿੱਚ 2 ਵੇਲੇ ਕੰਘਾ ਸਿੱਖ ਨੇ ਫੇਰਨਾ ਹੈ, ਉੱਥੇ ਮਨ ਦੇ ਵਿੱਚ ਵੀ ਗੁਰੂ ਕੇ ਸ਼ਬਦ ਨੂੰ ਜਪਦਿਆਂ ਹੋਇਆਂ ਸ਼ਬਦ ਦੀ ਵਿਚਾਰ ਦਾ ਕੰਘਾ ਵੀ ਆਪਣੇ ਅੰਦਰ ਫੇਰ ਕੇ ਤੇ ਆਪਣੇ ਅੰਦਰੋਂ ਔਗਣ ਤੇ ਵਿਕਾਰ ਤੇ ਭੈੜੀਆਂ ਵਾਸ਼ਨਾਵਾਂ, ਦੁਸ਼ਟ ਵਾਸ਼ਨਾਵਾਂ ਜਿਹੜੀਆਂ ਉਹਨਾਂ ਨੂੰ ਬਾਹਰ ਕੱਢਣਾ ਹੈ। ਹੱਥ ਦੇ ਵਿੱਚ ਸਰਬਲੋਏ ਦਾ ਕੜਾ ਪਾਇਆ ਹੋਇਆ ਹੈ, ਕਿਉਂਕਿ ਸਾਨੂੰ ਗੁਰੂ ਕਲਗੀਧਰ ਪਿਤਾ ਜੀ ਦਾ ਇਹ ਹੁਕਮ ਹੈ ਕਿ ਗੁਰੂ ਕੇ ਸਿੱਖ ਨੇ, ਅੰਮ੍ਰਿਤਧਾਰੀ ਸਿੰਘ ਨੇ, ਸਿੰਘਣੀ ਨੇ ਸਰਬਲੋਏ ਦਾ ਕੜਾ ਹੱਥ ਵਿੱਚ ਪਹਿਨਣਾ ਹੈ। ਤਾਂ ਇਹ ਕੜਾ ਸਾਨੂੰ ਇਹ ਵੀ ਸਿੱਖਿਆ ਦਿੰਦਾ ਹੈ ਵੀ ਇਹਨਾਂ ਹੱਥਾਂ ਦੇ ਨਾਲ ਮਾੜੇ ਕਰਮ ਨਹੀਂ ਕਰਨੇ। ਕਿਰਪਾਨ ਗਾਤਰੇ ਪਹਿਨੀ ਹੋਈ ਹੈ, ਕਿਰਪਾਨ ਦਾ ਅਰਥ ਹੀ ਹੈ ਕਿਰਪਾ ਤੇ ਆਨ। ਗਰੀਬ ਦੇ ਉੱਤੇ ਤਰਸ ਕਰਨਾ ਹੈ, ਮਜ਼ਲੂਮ ਦੇ ਉੱਤੇ ਕਿਰਪਾ ਕਰਨੀ ਹੈ ਤੇ ਆਪਣੀ ਆਨ ਸ਼ਾਨ ਨੂੰ ਬਰਕਰਾਰ ਰੱਖਣਾ ਹੈ। ਇਹ ਜ਼ੁਲਮ ਨੂੰ ਰੋਕਣ ਵਾਸਤੇ ਹੈ ਔਰ ਮਜ਼ਲੂਮ ਦੀ ਰੱਖਿਆ ਵਾਸਤੇ ਹੈ। ਇਹ ਕਿਰਪਾਨ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਫਿਰ ਕਛਹਿਰਾ ਹੈ, 5 ਕਕਾਰਾਂ ਵਿੱਚੋਂ ਇੱਕ ਕਕਾਰ। ਤੇ ਸਾਧ ਸੰਗਤ ਜੀ ਜਤ ਸਤ ਦੇ ਵਿੱਚ ਗੁਰੂ ਕਾ ਸਿੱਖ ਪੱਕ ਰਵੇ, ਤਿਆਰ ਬਰ ਤਿਆਰ ਰਵੇ। ਕੇਸ ਇਹ ਗੁਰੂ ਕੀ ਮੋਹਰ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨਾ ਕਿ ਭਾਈ ਇਹ ਕੇਸਾਂ ਦੀ ਸਾਂਭ ਸੰਭਾਲ ਕਰਨੀ ਹੈ। ਅੰਮ੍ਰਿਤ ਬਾਣੀ 'ਚ ਵੀ ਬਚਨ ਆਇਆ, ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਰਹਿਣਾ ਹੈ ਤੇ ਸੀਸ ਤੇ ਦਸਤਾਰ ਸਜਾਉਣੀ ਹੈ। ਇਹ 5 ਕਕਾਰਾਂ ਦੀ ਰਹਿਤ ਹੈ। ਫਿਰ ਬੱਜਰ ਕਰੈਤਾਂ ਹਨ, ਹੁੱਕਾ, ਹਜਾਮਤ, ਹਲਾਲੋ, ਹਰਾਮ। ਬੱਜਰ ਕਰੈਤਾਂ ਦਾ ਤਿਆਗ ਕਰਨਾ, ਉਹਦੇ ਵਿੱਚ ਪਰਾਇਆ ਸੰਗ ਕਰਨਾ, ਇਹ ਮਹਾਰਾਜ ਸਾਹਿਬ ਜੀ ਨੇ ਤਿਆਗ ਕਰਵਾਇਆ ਹੈ। ਗੁਰੂ ਕਾ ਸਿੱਖ, ਗੁਰੂ ਕੀ ਸਿੱਖਣੀ, ਸਿੰਘ ਸਿੰਘਣੀ ਉਹ ਕਛਹਿਰੇ ਦੀ ਰਹਿਤ ਵਿੱਚ ਵੀ ਤਿਆਰ ਬਰ ਤਿਆਰ ਰਵੇ। 5 ਕਕਾਰਾਂ ਦੀ ਰਹਿਤ ਤੇ ਬੱਜਰ ਕਰੈਤਾਂ ਦਾ ਤਿਆਗ ਕਰਨਾ। ਤਾਂ ਮਹਾਰਾਜ ਸਾਹਿਬ ਜੀ ਨੇ, ਇਹ ਗਰੀਬ ਨਵਾਜ ਸਾਹਿਬ ਨੇ ਆਖਿਆ ਭਾਈ ਪਰਮੇਸ਼ਰ ਜੀ ਅੱਗੇ ਬੇਨਤੀ ਕਰੀਏ ਵੀ ਇਹ ਕਾਮ ਤੋਂ ਵੀ ਸਾਨੂੰ ਬਚਾ ਕੇ ਰੱਖੋ, ਕ੍ਰੋਧ ਤੋਂ ਵੀ ਬਚਾਓ, ਗੁੱਸੇ ਤੋਂ। ਕਿਉਂਕਿ ਜਦੋਂ ਕਾਮ ਦਾ ਜ਼ਿਕਰ ਆਉਂਦਾ ਹੈ, ਭਾਵੇਂ ਕਾਮ ਸੰਸਾਰ ਦੀ ਉਤਪਤੀ ਦਾ ਕਾਰਨ ਹੈ, ਪਰ ਜਿਸ ਵੇਲੇ ਦਰਿਆ ਉਹ ਆਪਣੇ ਕੰਢਿਆਂ ਤੋਂ ਬਾਹਰ ਹੋ ਜਾਂਦਾ ਹੈ ਤਾਂ ਫਿਰ ਹੜ੍ਹਾਂ ਦਾ ਰੂਪ, ਤਬਾਹੀ ਦਾ ਰੂਪ ਧਾਰਨ ਕਰ ਲੈਂਦਾ ਹੈ। ਤੇ ਧੁਰ ਕੀ ਬਾਣੀ 'ਚ ਸਤਿਗੁਰੂ ਕਹਿੰਦੇ ਆ ਕਾਮ ਦਾ ਜ਼ਿਕਰ ਕਰਦਿਆਂ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭਰਮਾਵਣ ਹੈ। ਹੇ ਕਾਮ ਤੂੰ ਜੀਵਾਂ ਨੂੰ ਨਰਕਾਂ ਦੇ ਵਿੱਚ ਵਿਸਰਾਮ ਦਿਵਾਉਣ ਵਾਲਾ ਹੈ। ਨਰਕਾਂ ਦੇ ਵਿੱਚ ਤੂੰ ਵਾਸਾ ਦਿਵਾਉਣ ਦੇ ਵਾਲਾ ਹੈ।
ਤੇ ਉਸ ਤੋਂ ਬਾਅਦ ਬਹੁਤੀਆਂ ਜੂਨੀਆਂ ਦੇ ਵਿੱਚ ਵੀ ਤੂੰ ਭਰਮਾਉਂਦਾ ਹੈ। ਚਿੱਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਨ ਹੈ। ਤੂੰ ਜੀਵ ਦਾ ਚਿੱਤ ਖਿੱਚ ਲੈਣਾ ਹੈ ਆਪਣੇ ਵੱਲੇ, ਚਿੱਤ ਨੂੰ ਚੁਰਾ ਲੈਣਾ ਇਹ ਕਾਮ। ਤ੍ਰੈ ਲੋਕ ਗਮਯੰ, ਤੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਹਿਸਕ੍ਰਿਤੀ ਸ਼ਲੋਕਾਂ 'ਚ ਆਖਿਆ ਵੀ ਇਹ ਕਾਮ ਤੇਰੀ ਤਿੰਨਾਂ ਲੋਕਾਂ ਦੇ ਵਿੱਚ ਗਮਤਾ ਹੈ। ਕੱਲੇ ਮਾਤ ਲੋਕ ਦੇ ਜੀਵਾਂ ਨੂੰ ਹੀ ਤੂੰ ਆਪਣੇ ਅਧੀਨ ਨਹੀਂ ਕੀਤਾ, ਆਕਾਸ਼ ਵਾਲਿਆਂ ਨੂੰ ਵੀ ਤੇ ਪਤਾਲ ਵਾਲਿਆਂ ਨੂੰ ਵੀ ਤੂੰ ਆਪਣੇ ਅਧੀਨ ਕੀਤਾ ਹੋਇਆ ਹੈ। ਸਵਰਗ ਵਾਲਿਆਂ ਨੂੰ ਵੀ ਤੂੰ ਆਪਣੇ ਅਧੀਨ ਕੀਤਾ ਹੈ। ਦੇਵਤਿਆਂ ਦਾ ਰਾਜਾ ਇੰਦਰ ਤੇ ਪ੍ਰਭਾਤੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਫਿਰ ਗੋਤਮ ਰਿਖੀ ਤੋਂ ਸਰਾਪ ਹੋਇਆ ਸੀ ਤੇ 1000 ਭਗ ਸਰੀਰ ਤੇ ਹੋਏ ਸੀ। ਇਸਤਰੀ ਲਿੰਗ ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਇਹ ਕਾਮ ਨੇ ਇੰਦਰ ਦੇਵਤੇ ਦੀ ਵੀ ਐਸੀ ਹਾਲਤ ਕਰ ਦਿੱਤੀ। ਫਿਰ ਰਾਮ ਕਲੀ ਕੀ ਵਾਰ ਦੇ ਵਿੱਚ ਵੀ ਜਗਤ ਗੁਰੂ ਜੀ ਦਾ ਬਚਨ ਆਉਂਦਾ ਹੈ, ਉੱਥੇ ਵੀ ਮਹਾਰਾਜ ਨੇ ਜ਼ਿਕਰ ਕੀਤਾ, ਸਹੰਸਰ ਦਾਨ ਦੇ ਇੰਦਰ ਰੋ ਆਇਆ। ਜਦੋਂ ਇਹ ਦਾਨ ਮਿਲਿਆ ਇੰਦਰ ਨੂੰ ਕਾਮ ਦੇ ਵਿੱਚ ਗਲਤਾਨ ਹੋਣੇ ਕਰਕੇ, ਤਾਂ ਉਸ ਵੇਲੇ ਉਹਨੂੰ ਵੀ ਰੋਣਾ ਪਿਆ। ਕਾਮ ਦੀ ਐਸੀ ਹਾਲਤ ਹੈ, ਐਸੀ ਇਹ ਦੁਰਦਸ਼ਾ ਕਰਦਾ ਹੈ। ਅੱਗੇ ਮਹਾਰਾਜ ਕਹਿੰਦੇ ਕ੍ਰੋਧ, ਤੇ ਕ੍ਰੋਧ ਵੀ ਬੜਾ ਬਲੀ ਹੈ। ਸ਼ਾਸਤਰਕਾਰਾਂ ਨੇ ਲਿਖਿਆ, ਜੋਗੀ ਭਰਥਰੀ ਜੀ ਲਿਖਦੇ ਆ, ਜਿਸ ਭਰਥਰੀ ਨੇ ਰਾਜ ਭਾਗ ਤਿਆਗ ਕੇ ਤੇ ਗੋਰਖਨਾਥ ਨੂੰ ਗੁਰੂ ਧਾਰਨ ਕੀਤਾ, ਤੇ ਫਿਰ ਸਮੇਂ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਵੀ ਮੇਲ ਹੋਇਆ ਭਰਥਰੀ ਦਾ। ਤੇ ਭਰਥਰੀ ਨੂੰ ਉਪਦੇਸ਼ ਦਿੰਦਿਆਂ ਜੋ ਮਹਾਰਾਜ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅੰਕਿਤ ਹੈ। ਉਹਨਾਂ ਨੇ ਵੀ ਆਪਣੇ ਗ੍ਰੰਥਾਂ ਦੇ ਵਿੱਚ ਇਹ ਜ਼ਿਕਰ ਕੀਤਾ। ਕ੍ਰੋਧ ਕਹਿੰਦਾ ਹੈ ਵੀ ਜਿਸ ਮਨੁੱਖ ਦੇ ਵਿੱਚ ਮੈਂ ਆ ਜਾਂਦਾ ਹਾਂ, ਉਸ ਨੂੰ ਅੱਖਾਂ ਤੋਂ ਅੰਨ੍ਹਿਆਂ ਤੇ ਕੰਨਾਂ ਤੋਂ ਬੋਲਾ ਕਰ ਦਿੰਦਾ ਹਾਂ। ਕਿਉਂਕਿ ਜਦੋਂ ਗੁੱਸਾ ਆ ਜਾਂਦਾ ਹੈ ਤੇ ਫਿਰ ਅੱਖਾਂ ਤੋਂ ਦਿਸਦਾ ਨਹੀਂ ਤੇ ਕੰਨਾਂ ਤੋਂ ਸੁਣਦਾ ਨਹੀਂ ਤੇ ਜ਼ੁਬਾਨ ਤੋਂ ਪਤਾ ਹੀ ਨਹੀਂ ਲੱਗਦਾ ਵੀ ਕੀ ਬੋਲਿਆ ਜਾਂਦਾ ਹੈ। ਜ਼ੁਬਾਨ ਇੰਨੀ ਕੌੜੀ ਹੋ ਜਾਂਦੀ ਹੈ ਗੁੱਸੇ ਦੇ ਨਾਲ। ਅੰਧ ਕਰੋ ਦ੍ਰਿਗਵੰਤਨ ਕੋ ਸ਼ਰੁਤਵੰਤਨ ਕੋ ਬਦਰੋ ਕਰ ਡਾਰੋ। ਆਖਿਆ ਮੈਂ ਅੱਖਾਂ ਵਾਲਿਆਂ ਨੂੰ ਅੰਨਾ ਕਰ ਦੇਣਾ ਤੇ ਕੰਨਾਂ ਵਾਲਿਆਂ ਨੂੰ ਬੋਲਾ ਕਰ ਦੇਣਾ। ਜਦੋਂ ਗੁੱਸਾ ਆਵੇ ਤੇ ਬੰਦਾ ਕਹਿੰਦਾ ਹੈ ਵੀ ਮੈਨੂੰ ਨਹੀਂ ਹੁਣ ਕੁਝ ਦਿਸਦਾ, ਮੈਨੂੰ ਨਹੀਂ ਹੁਣ ਕੁਝ ਸੁਣਦਾ, ਇਸ ਕਰਕੇ ਪਾਸੇ ਹੋ ਜਾਓ। 2-4 ਜਾਣੇ ਫੜਨ ਵੀ ਨਾ, ਗੁੱਸਾ ਆਇਆ ਹੋਵੇ, ਕਹਿੰਦਾ ਪਾਸੇ ਹੋ ਜਾਓ, ਹੁਣ ਮੈਨੂੰ ਨਹੀਂ ਕੁਝ ਸੁਣਦਾ। ਉਹ ਕਹਿੰਦੇ ਗੱਲ ਤਾਂ ਸੁਣ, ਕਹਿੰਦਾ ਮੈਨੂੰ ਕੁਝ ਸੁਣਦਾ ਹੀ ਨਹੀਂ। ਕਹਿੰਦੇ ਵੇਖ ਤਾਂ ਸਹੀ, ਕਹਿੰਦਾ ਮੈਨੂੰ ਕੁਝ ਦਿਸਦਾ ਹੀ ਨਹੀਂ, ਕਿਉਂਕਿ ਗੁੱਸਾ ਚੜਿਆ ਹੋਇਆ ਹੈ। ਕ੍ਰੋਧ ਕਹਿੰਦਾ ਜਿਸ ਵੇਲੇ ਮੈਂ ਆ ਜਾਵਾਂ ਤੇ ਅੱਖਾਂ ਵਾਲਿਆਂ ਨੂੰ ਅੰਨੇ ਕਰ ਦੇਣਾ ਤੇ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਹਾਂ। ਅੰਧ ਕਰੋ ਦ੍ਰਿਗਵੰਤਨ ਕੋ ਸ਼ਰੁਤਵੰਤਨ ਕੋ ਬਦਰੋ ਕਰ ਡਾਰੋ। ਐਸਾ ਇਹ ਕ੍ਰੋਧ ਹੈ। ਤੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਤੂੰ ਗੁੱਸਾ ਨਾ ਕਰ, ਤੂੰ ਬੁਰੇ ਦਾ ਵੀ ਭਲਾ ਕਰ, ਤੇ ਫਿਰ ਤੇਰੀ ਦੇਹ ਨੂੰ ਰੋਗ ਨਹੀਂ ਲੱਗੇਗਾ ਤੇ ਤੇਰੇ ਪੱਲੇ ਵਿੱਚ ਸਭ ਕੁਝ ਪੈ ਜਾਵੇਗਾ, ਸ਼ੁਭ ਗੁਣ ਪੈ ਜਾਣਗੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੀਏ, ਕਾਮ ਕ੍ਰੋਧ ਮਦ ਨਾਮ ਹੈ ਹੰਕਾਰ ਦਾ, ਕਿ ਹੇ ਪ੍ਰਭੂ ਇਹ ਹੰਕਾਰ ਦੀ ਵੀ ਨਿਵਰਤੀ ਕਰ ਦਿਓ। ਕਿਉਂਕਿ ਹੰਕਾਰ ਵੀ ਜਿਸ ਵੇਲੇ ਆ ਜਾਂਦਾ ਹੈ, ਕਿਸੇ ਗੁਣ ਦਾ ਹੋ ਜਾਵੇ, ਮਾਇਆ ਦਾ ਹੋ ਜਾਵੇ, ਪਦਾਰਥ ਦਾ ਹੋ ਜਾਵੇ, ਸੁੰਦਰਤਾ ਦਾ ਹੋ ਜਾਵੇ, ਵਿਦਿਆ ਦਾ ਹੋ ਜਾਵੇ, ਕਿਸੇ ਹੁਨਰ ਦਾ ਹੰਕਾਰ ਹੋ ਜਾਵੇ, ਤਾਂ ਫਿਰ ਇਹ ਵੀ ਅੰਨਾ ਤੇ ਬੋਲਾ ਕਰ ਦਿੰਦਾ ਹੈ। ਬਾਣੀ 'ਚ ਬਚਨ ਆਉਂਦਾ ਨਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹਰੋਲ ਕਚੋਲਾ। ਹੰਕਾਰ, ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਉੱਚੇ ਘਰ ਨੂੰ ਵੇਖ ਕੇ ਵੀ ਹੰਕਾਰ ਨਾ ਕਰੀਏ।
ਜਦੋਂ ਸਾਹ ਪੂਰੇ ਹੋ ਗਏ ਤੇ ਫਿਰ ਜ਼ਮੀਨ ਦੇ ਉੱਤੇ ਹੀ ਲੇਟਣਾ ਪੈਣਾ ਹੈ, ਤੇ ਜਿੱਥੇ ਅੰਤਮ ਸੰਸਕਾਰ ਹੋਣਾ ਉੱਥੇ ਘਾਹ ਵੀ ਪੈਦਾ ਹੋ ਜਾਣਾ ਹੈ। ਉੱਚੀ ਕੋਠੀ ਦਾ ਹੰਕਾਰ ਵੀ ਨਾ ਕਰ, ਕਬੀਰ ਗਰਬ ਨਾ ਕੀਜੀਐ, ਹੰਕਾਰ ਨਾ ਕਰ। ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ। ਕਬੀਰ ਗਰਬ ਨਾ ਕੀਜੀਐ, ਰੰਕਣਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮਹਿ, ਕਿਆ ਜਾਣੋ ਕਿਆ ਹੋਏ। ਕਹਿੰਦੇ ਕਿਸੇ ਦੀ ਗਰੀਬੀ ਵੇਖ ਕੇ ਉਹਨੂੰ ਮਖੌਲ ਨਾ ਕਰ, ਆਪਣੇ ਧਨਵਾਨ ਹੋਣ ਦਾ ਹੰਕਾਰ ਨਾ ਕਰ, ਕਿਉਂਕਿ ਅਜੇ ਤੇ ਤੇਰੇ ਜੀਵਨ ਦੀ ਜਿਹੜੀ ਬੇੜੀ ਹੈ ਸੰਸਾਰ ਸਾਗਰ ਦੇ ਵਿੱਚ, ਪਤਾ ਨਹੀਂ ਕੀ ਹੋਣਾ ਹੈ, ਕੀ ਵਾਪਰਨਾ ਹੈ। ਕਬੀਰ ਗਰਬ ਨਾ ਕੀਜੀਐ, ਰੰਕਣਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮਹਿ, ਕਿਆ ਜਾਣੋ ਕਿਆ ਹੋਏ। ਇਹ ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ। ਤਾਂ ਮਹਾਰਾਜ ਸਾਹਿਬ ਕਹਿੰਦੇ ਬੇਨਤੀ ਕਰੀਏ ਵੀ ਇਹ ਹੰਕਾਰ ਤੋਂ ਵੀ ਬਚਾਓ। ਅੱਗੇ ਆ ਲੋਭ ਤੇ ਲਾਲਚ ਤੋਂ ਵੀ ਬਚਾਓ ਮਹਾਰਾਜ, ਲੋਭ ਤੋਂ ਬਚਾਓ, ਕਿਉਂਕਿ ਲੋਭ ਜਿਹੜਾ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਇਹਨੂੰ ਹਲਕੇ ਕੁੱਤੇ ਨਾਲ ਤੁਲਨਾ ਦਿੱਤੀ ਹੈ ਵੀ ਜਿਹੜਾ ਕੁੱਤਾ ਹੈ ਉਹ ਵਫਾਦਾਰ ਵੀ ਬੜਾ ਹੈ, ਮਾਲਕ ਦੀ ਰਾਖੀ ਵੀ ਕਰਦਾ ਹੈ, ਪਰ ਜੇ ਕੁੱਤਾ ਹਲਕ ਜਾਵੇ ਤੇ ਉਸੇ ਮਾਲਕ ਨੂੰ ਵੱਢਣ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ ਲੋਭ ਦੀ ਲਹਿਰ ਨੇ ਹਰ ਇੱਕ ਨੂੰ ਹਲਕੇ ਕੁੱਤੇ ਦੀ ਤਰ੍ਹਾਂ ਕਰ ਦਿੱਤਾ ਹੈ। ਜਿਵੇਂ ਹਲਕਾ ਕੁੱਤਾ ਕਿਸੇ ਦਾ ਲਿਹਾਜ਼ ਨਹੀਂ ਰੱਖਦਾ, ਆਪਣੇ ਮਾਲਕ ਨੂੰ ਵੀ ਕੱਟਦਾ ਹੈ, ਵੱਢਦਾ ਹੈ, ਇਸ ਤਰ੍ਹਾਂ ਲੋਭੀ ਪੁਰਖ ਵੀ ਕਿਸੇ ਦਾ ਲਿਹਾਜ਼ ਨਹੀਂ ਰੱਖਦਾ ਹੈ। ਤਾਂ ਆਖਿਆ ਬਾਣੀ 'ਚ ਲੋਭੀ ਕਾਵੇ ਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਲੋਭ ਲਹਿਰ ਸਭ ਸੁਆਣ ਹਲਕ ਹੈ, ਹਲਕਿਓ ਸਭਹਿ ਬਿਗਾਰੇ। ਤੇ ਫਿਰ ਪੰਜਵਾਂ ਹੈ ਮੋਹ। ਆਖਿਆ ਇਸ ਮੋਹ ਤੋਂ ਵੀ ਬਚਾਓ ਜੀ। ਹੁਣ ਰਹਿਣਾ ਤੇ ਪਰਿਵਾਰ ਦੇ ਵਿੱਚ ਹੀ ਹੈ, ਪਰਿਵਾਰ ਦਾ ਮੋਹ ਹੈ। ਸਾਰਾ ਦਿਨ ਬੰਦਾ ਕਿਰਤ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਸੁਦਾਗਰੀ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਤੇ ਸ਼ਾਮ ਨੂੰ ਉਹ ਫਿਰ ਪਰਿਵਾਰ ਕੋਲੇ ਆ ਜਾਂਦਾ ਹੈ, ਕਿਉਂਕਿ ਮੋਹ ਹੀ ਲੈ ਕੇ ਆਉਂਦਾ ਹੈ ਨਾ। ਮਨੁੱਖ ਨੇ ਤਾਂ ਆਉਣਾ ਹੀ ਆ। ਪੰਛੀ ਦਿਨੇ ਉੱਡ ਕੇ ਜਾਂਦੇ ਆ ਤੇ ਜਦੋਂ ਸੂਰਜ ਅਸਤ ਹੋਣ ਲੱਗਦਾ ਹੈ ਤੇ ਉਹ ਵੀ ਆਲਣਿਆਂ ਨੂੰ ਆ ਜਾਂਦੇ ਆ। ਮੋਹ ਹੈ, ਮੋਹ ਕਰਕੇ ਹੀ ਇੱਕ ਦੂਸਰੇ ਦੇ ਨਾਲ ਤੰਦਾਂ ਜੁੜੀਆਂ ਹੋਈਆਂ ਹਨ। ਪਰ ਮੋਹ ਵੀ ਮਹਾਰਾਜ ਕਹਿੰਦੇ ਵੀ ਇਹਨੂੰ ਬਹੁਤਾ ਨਾ ਵਧਾ, ਕਿਉਂਕਿ ਇਹ ਗੱਲ ਵੀ ਚੇਤੇ ਰੱਖ, ਜਿੱਥੇ ਪਰਿਵਾਰ ਵਿੱਚ ਰਹਿਣਾ ਹੈ ਉੱਥੇ ਇਹ ਗੱਲ ਚੇਤੇ ਰੱਖ ਵੀ ਇਹ ਵਾਰੀ ਨਾਲ ਪਰਿਵਾਰ ਮਿਲਿਆ ਤੇ ਵਾਰੀ ਨਾਲ ਇਹਨੇ ਚਲੇ ਵੀ ਜਾਣਾ ਹੈ। ਹਰ ਇੱਕ ਦਾ ਜਨਮ ਤਰੀਕ ਹਰ ਇੱਕ ਦੀ ਵੱਖਰੀ ਹੈ, ਹਰ ਇੱਕ ਦੀ ਆਉਣ ਦੀ ਵਾਰੀ ਵੱਖਰੀ ਹੈ, ਤੇ ਹਰ ਇੱਕ ਦੀ ਜਾਣ ਦੀ ਵਾਰੀ ਵੀ ਆਪੋ ਆਪਣੀ ਹੈ। ਵਾਰੀ ਆਪੋ ਆਪਣੀ, ਕੋਏ ਨਾ ਬੰਧੈ ਧੀਰ। ਤਾਂ ਆਖਿਆ ਤੀਜੇ ਪਾਤਸ਼ਾਹ ਨੇ ਵੀ ਪਰਿਵਾਰ ਵਿੱਚ ਰਹਿੰਦਿਆਂ ਅੰਮ੍ਰਿਤ ਵੇਲੇ ਨਿਤਨੇਮ ਕਰਦਿਆਂ ਜਦੋਂ ਤੂੰ ਆਨੰਦ ਸਾਹਿਬ ਦੀ ਬਾਣੀ ਪੜ੍ਹੇਗਾ ਨਾ, ਤੇ ਇਹ ਗੱਲ ਵੀ ਚੇਤੇ ਰੱਖੀਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਇਹ ਪਰਿਵਾਰ ਦੇ ਵਿੱਚ ਰਹਿਣਾ, ਜ਼ਿੰਮੇਵਾਰੀਆਂ ਨਿਭਾਉਣੀਆਂ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ, ਪਰ ਇਹ ਗੱਲ ਚੇਤੇ ਰੱਖ ਕੇ ਪਰਿਵਾਰ ਸਦਾ ਨਹੀਂ ਰਹਿਣਾ। ਇਹ ਮੋਹ ਵੀ ਤਿਆਗਣਾ ਪੈਣਾ ਹੈ। ਇਸ ਕਰਕੇ ਜੇ ਜਿਉਂਦਿਆਂ ਸ਼ਬਦ ਨਾਲ ਪ੍ਰੇਮ ਪਾ ਕੇ ਮੋਹ ਤਿਆਗੇਗਾ ਤੇ ਫਿਰ ਇਹ ਸੌਖਾ ਹੋ ਜਾਵੇਗਾ ਅਖੀਰ ਤੇ। ਮਹਾਰਾਜ ਕਹਿੰਦੇ ਜਿਉਂਦਿਆਂ ਹੀ ਨਿਰਲੇਪ ਰਹਿ ਪਰਿਵਾਰ ਵਿੱਚ ਰਹਿੰਦਿਆਂ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਹੇ ਮੇਰੇ ਪਿਆਰਿਆ ਮਣਾ, ਤੂੰ ਸੱਚ ਨੂੰ ਸੰਭਾਲ ਜਿੰਨੇ ਸਦਾ ਰਹਿਣਾ ਹੈ, ਕਿਉਂਕਿ ਉਸ ਸੱਚ ਤੋਂ ਬਿਨਾਂ ਬਾਕੀ ਸਭ ਕੁਝ ਚਲੇ ਜਾਣ ਵਾਲਾ ਹੈ। ਫਿਰ ਮੋਹ ਕਿਹਦੇ ਨਾਲ ਕਰੀਏ ਜਦੋਂ ਸਾਰੇ ਨੇ ਚਲ ਜਾਣਾ ਹੈ। ਹੁਣੇ ਹੀ ਆਸਾ ਕੀ ਵਾਰ ਦਾ ਕੀਰਤਨ ਹੋਇਆ ਤੇ ਮਹਾਰਾਜ ਨੇ ਆਖਿਆ ਸੀ ਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਤੇ ਸਾਰੇ ਸ਼ਲੋਕ ਤੇ ਅਖੀਰ ਤੇ ਜਾ ਕੇ ਆਖਿਆ ਸੀ, ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣ ਹਾਰ।
ਕਿਹਦੇ ਨਾਲ ਦੋਸਤੀ ਕਰੀਏ, ਸਾਰਾ ਸੰਸਾਰ ਹੀ ਤਾਂ ਚਲੇ ਜਾਣ ਵਾਲਾ ਹੈ। ਸਤਿਗੁਰੂ ਨਾਵੇਂ ਪਾਤਸ਼ਾਹ ਨੇ ਵੀ ਫਰਮਾਇਆ ਨਾ, ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਿਵਾਰ। ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਸੀ ਨਾ, 1 ਲੱਖ ਪੂਤ 1.25 ਲੱਖ ਨਾਤੀ, ਤੇ ਇਹ ਰਾਵਣ ਘਰ ਦੀਆ ਨਾ ਬਾਤੀ, ਉਹਨਾਂ ਨੂੰ ਵੀ ਇੱਥੋਂ ਜਾਣਾ ਪਿਆ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਜਦੋਂ ਸੰਸਾਰ ਸੁਪਨੇ ਵਰਗਾ ਹੈ ਤੇ ਫਿਰ ਗ੍ਰਸਤ ਵਿੱਚ ਰਹਿੰਦਿਆਂ ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਆਖਿਆ ਧਰਮ ਦੀ ਕਿਰਤ ਕਰ, ਵੰਡ ਕੇ ਛਕ, ਨਾਮ ਜਪ, ਪਰ ਜਾਣਾ ਵੀ ਚੇਤੇ ਰੱਖ। ਮਹਾਰਾਜ ਕਹਿੰਦੇ ਬੇਨਤੀ ਕਰੀਏ ਵੀ ਸੱਚੇ ਪਾਤਸ਼ਾਹ ਪ੍ਰਭੂ ਜੀ, ਕਾਮ ਕ੍ਰੋਧ ਮਦ ਲੋਭ ਮੋਹ, ਕਾਮ ਦਾ ਫੁਰਨਾ, ਕ੍ਰੋਧ ਗੁੱਸਾ, ਮਦ ਹੰਕਾਰ, ਲੋਭ ਲਾਲਚ ਅਤੇ ਮੋਹ, ਦੁਸ਼ਟ ਵਾਸਨਾ ਨਿਵਾਰ। ਤੇ ਫਿਰ ਭੈੜੀਆਂ ਵਾਸ਼ਨਾਵਾਂ ਜੋ ਅੰਦਰ ਚੱਲਦੀਆਂ ਹਨ, ਦੁਸ਼ਟ ਵਾਸ਼ਨਾਵਾਂ, ਭੈੜੇ ਖਿਆਲ, ਭੈੜੇ ਫੁਰਨੇ, ਹੇ ਪ੍ਰਭੂ ਜੀ ਇਹ ਭੈੜੀਆਂ ਦੁਸ਼ਟ ਬਣਾ ਦੇਣ ਵਾਲੀਆਂ ਭੈੜੀਆਂ ਜਿਹੜੀਆਂ ਵਾਸ਼ਨਾਵਾਂ, ਇਹਨਾਂ ਦੀ ਵੀ ਨਿਵਰਤੀ ਕਰ ਦਿਓ। ਰਾਖ ਲੇਹੋ ਪ੍ਰਭ ਆਪਣੇ, ਹੇ ਪ੍ਰਭੂ ਜੀ ਤੁਸੀਂ ਸਾਡੇ ਆਪਣੇ ਹੋ, ਕਿਉਂਕਿ ਪਰਮੇਸ਼ਰ ਸਾਰਿਆਂ ਦਾ ਆਪਣਾ ਹੈ। ਹਰ ਕੋਈ ਪ੍ਰਭੂ ਨੂੰ ਆਪਣਾ ਕਹਿ ਸਕਦਾ ਹੈ। ਗੁਰੂ ਸਾਹਿਬ ਜੀ ਸਾਰਿਆਂ ਦੇ ਆਪਣੇ ਹਨ, ਪਰਮੇਸ਼ਰ ਸਭ ਦਾ ਆਪਣਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਅਖੁੱਟ ਭੰਡਾਰਾ। ਰਾਖ ਲੇਹੋ ਪ੍ਰਭ ਆਪਣੇ, ਸਾਡੇ ਆਪਣੇ ਪ੍ਰਭੂ ਜੀ ਤੁਸੀਂ ਸਾਡੀ ਰੱਖਿਆ ਕਰੋ ਇਹਨਾਂ ਵਿਕਾਰਾਂ ਤੋਂ, ਕਾਮ ਤੋਂ, ਕ੍ਰੋਧ ਤੋਂ, ਲੋਭ ਮੋਹ ਹੰਕਾਰ ਤੋਂ, ਤੇ ਭੈੜੀਆਂ ਵਾਸ਼ਨਾਵਾਂ ਤੋਂ, ਭੈੜੇ ਫੁਰਨਿਆਂ ਤੋਂ ਸਾਡੀ ਰੱਖਿਆ ਕਰੋ। ਨਾਨਕ ਸਦ ਬਲਿਹਾਰ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਅਸੀਂ ਸਦਾ ਹੀ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਸਦਾ ਹੀ ਸਦਕੇ ਜਾਂਦੇ ਹਾਂ। ਹਉ ਵਾਰੀ ਵੰਝਾਂ ਘੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ। ਹਉ ਬਲ ਜਾਈ ਲੱਖ 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 ਬਰੀਆ, ਜਿਨ ਭ੍ਰਮ ਪਰਦਾ ਖੋਲਾ ਰਾਮ। ਲੱਖਾਂ ਵਾਰੀ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ ਪ੍ਰਭੂ ਜੀ। ਮਹੱਲਾ ਪੰਜਵਾ। ਅਗਲੇ ਸ਼ਲੋਕ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਖਾਂਦਿਆਂ ਖਾਂਦਿਆਂ ਮੋਹ ਇਕੱਠਾ। ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ, ਦਿੱਤੇ ਪਦਾਰਥ ਖਾਂਦਿਆਂ ਖਾਂਦਿਆਂ ਮੋਹ ਘਸ ਗਿਆ ਜੀਵ ਦਾ। ਇੰਨੀਆਂ ਦਾਤਾਂ ਦਿੱਤੀਆਂ, ਕਈ ਵਾਰੀ ਬੰਦਾ ਕਹਿਣ ਲੱਗ ਪੈਂਦਾ ਵੀ ਰੱਬਾ ਤੂੰ ਮੈਨੂੰ ਕੀ ਦਿੱਤਾ। ਮਹਾਰਾਜ ਕਹਿੰਦੇ ਉਹਦੇ ਤੋਂ ਬਿਨਾਂ ਤੇ ਹੋਰ ਕੋਈ ਦੇਣ ਵਾਲਾ ਹੀ ਨਹੀਂ, ਦਾਤਾ ਤੇ ਇੱਕੋ ਹੀ ਆ, ਬਾਕੀ ਤੇ ਸਾਰੇ ਹੈ ਹੀ ਮੰਗਤੇ ਆ। ਸਤਿਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ। ਮੇਰੇ ਮਨਾ ਉਸ ਦਾ ਸਿਮਰਨ ਕਰ ਤੇ ਤੇਰੇ ਸਾਰੇ ਕਾਰਜ ਪੂਰੇ ਹੋ ਜਾਣ, ਤੇ ਤੇਰੀ ਇਹ ਜ਼ਿੰਦਗੀ ਦਾ ਮਨੁੱਖਾ ਜਨਮ ਧਾਰਿਆ ਹੋਇਆ ਇਹ ਸਫਲ ਹੋ ਜਾਵੇ, ਤੇਰਾ ਕਾਰਜ ਪੂਰਾ ਹੋ ਜਾਵੇ। ਮਹਾਰਾਜ ਕਹਿੰਦੇ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਕਿਉਂਕਿ ਦੰਦ ਇੱਕ ਦਿਨ ਘਸ ਹੀ ਜਾਂਦੇ ਨਾ। ਅੱਜ ਕੱਲ੍ਹ ਨਵੇਂ ਵੀ ਲੱਗ ਜਾਂਦੇ ਆ, ਬਿਰਧ ਅਵਸਥਾ ਵਿੱਚ ਕਈ ਨਵੇਂ ਦੰਦ ਲਵਾ ਲੈਂਦੇ। ਤੋ ਇਸ ਕਰਕੇ ਖਾਂਦਿਆਂ ਖਾਂਦਿਆਂ ਮੂੰਹ ਦੇ ਵਿੱਚੋਂ ਦੰਦ ਨਿਕਲ ਗਏ, ਤੇ ਫਿਰ ਵੀ ਕਈ ਵਾਰੀ ਕਹਿ ਦਿੰਦਾ ਵੀ ਮੈਨੂੰ ਦਿੱਤਾ ਕੀ ਆ ਰੱਬ ਨੇ। ਤਾਂ ਮਹਾਰਾਜ ਕਹਿੰਦੇ ਦਿੱਤਾ ਤੇ ਸਾਰਾ ਕੁਝ ਉਸੇ ਨੇ ਆ ਭਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਤਾਂ ਮੈਨੂੰ ਵਿਸਰਨਾ ਨਹੀਂ ਚਾਹੀਦਾ ਜਿਸ ਨੇ ਸਾਰਾ ਕੁਝ ਦਿੱਤਾ। ਜਦੋਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸੰਗਤਾਂ ਬਹੁਤ ਪ੍ਰੇਮ ਨਾਲ ਜਿੱਥੇ ਨਿਤਨੇਮ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੀਆਂ, ਤੇ ਸੁਖਮਨੀ ਸਾਹਿਬ ਦੀ ਬਾਣੀ 'ਚ ਜਦੋਂ 6ਵੀਂ ਅਸ਼ਟਪਦੀ ਪੜ੍ਹੀਏ ਨਾ, ਤਾਂ ਉਸ ਮੌਕੇ 'ਤੇ ਉਹਦੇ 'ਚ ਮਹਾਰਾਜ ਨੇ ਗਿਣ ਗਿਣ ਕੇ ਦੱਸੀਆਂ ਵਾਹਿਗੁਰੂ ਦੀਆਂ ਦਾਤਾਂ, ਵੀ ਇੰਨਾ ਕੁਝ ਦਿੱਤਾ ਪਰਮੇਸ਼ਰ ਨੇ, ਗਿਣਿਆ ਹੀ ਨਹੀਂ ਜਾ ਸਕਦਾ। ਜਿਹੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰੱਖ ਮਨ ਮਾਹੇ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਪਦਾਰਥ ਮਿਲੇ ਆ, ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੈਨੂੰ ਸਾਰੀਆਂ ਦਾਤਾਂ ਮਿਲੀਆਂ,
ਉਹ ਭਾਈ ਵਿਸਰਨਾ ਨਹੀਂ ਚਾਹੀਦਾ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਬਾਕੀ ਤੇ ਸਭ ਕੁਝ ਉਹਨੇ ਦਿੱਤਾ ਹੀ ਹੈ, ਤਾਂ ਉਸਨੇ ਤਾਂ ਜੀਣ ਵਾਸਤੇ ਜੀਵਨ ਵੀ ਦਿੱਤਾ ਹੈ। ਇਹ ਸਰੀਰ ਵੀ ਉਸੇ ਦੀ ਦਾਤ ਹੈ, ਇਹਦੇ ਵਿੱਚ ਜਿੰਦ ਵੀ ਉਸੇ ਨੇ ਪਾਈ ਆ, ਸਵਾਸ ਵੀ ਉਸੇ ਨੇ ਦਿੱਤੇ ਆ, ਤੇ ਬਾਕੀ ਤਾਂ ਸਾਰਾ ਪਰਿਵਾਰ ਤੇ ਸਾਰੇ ਪਦਾਰਥ ਤਾਂ ਪ੍ਰਭੂ ਨੇ ਦਿੱਤੇ ਹੀ ਆ। ਪਰ ਸਾਰੀ ਦਾਤ ਉਸੇ ਦੀ ਆ। ਜਿੰਦ ਉਸਨੇ ਦਿੱਤੀ ਆ, ਸਰੀਰ ਉਸਨੇ ਦਿੱਤਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਪਹਿਨਣ ਵਾਸਤੇ ਵੀ ਤੇ ਖਾਣ ਵਾਸਤੇ ਵੀ ਉਸਨੇ ਦਿੱਤਾ ਹੈ। ਤਾਂ ਮਹਾਰਾਜ ਕਹਿੰਦੇ ਖਾਂਦਿਆਂ ਖਾਂਦਿਆਂ ਮੋਹ ਘੱਠਾ, ਪੈ ਨੰਦਿਆ ਸਭ ਅੰਗ। ਤੇ ਪਹਿਨਦਿਆਂ ਹੋਇਆਂ ਸਰੀਰ ਦੇ ਅੰਗ ਘਸ ਗਏ। ਭਾਵ ਸਰੀਰ ਲਿੱਸਾ ਹੋ ਗਿਆ, ਕਮਜ਼ੋਰ ਹੋ ਗਿਆ। ਕਿਉਂਕਿ 40 ਸਾਲ ਤੀਕ ਸਰੀਰ ਵੱਧਦਾ ਫੁੱਲਦਾ ਹੈ, ਤੇ 40 ਸਾਲ ਤੋਂ ਬਾਅਦ ਫਿਰ ਢਲਦੀ ਜਵਾਨੀ, ਫਿਰ ਢਲਦਾ ਹੈ। ਸੂਰਜ ਜਿਹੜਾ ਹੈ ਉਹ ਦੁਪਹਿਰ ਤੀਕ ਉਹ ਚੜ੍ਹਦਾ ਜਾਂਦਾ ਹੈ, ਉਹਦਾ ਤੇਜ ਤਪ ਵੱਧਦਾ ਹੈ, ਤੇ ਦੁਪਹਿਰੋਂ ਬਾਅਦ ਫਿਰ ਆਪਾਂ ਕਹਿੰਦੇ ਹਾਂ ਵੀ ਹੁਣ ਢਲਦੀ ਦੁਪਹਿਰ, ਦੁਪਹਿਰ ਢਲਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਬਚਪਨ ਤੋਂ ਲੈ ਕੇ ਜਵਾਨੀ 40 ਸਾਲ ਤੀਕ ਬਾਣੀ 'ਚ ਆਖਿਆ ਮਨੁੱਖ ਪੂਰਾ ਜਿੰਨਾ ਇਹਨੇ ਵਧਣਾ ਫੁੱਲਣਾ ਹੁੰਦਾ, ਜਿੰਨਾ ਸਰੀਰ 'ਚ ਬਲ ਹੋਣਾ ਹੁੰਦਾ, ਉਹ ਪੂਰਾ ਹੋ ਜਾਂਦਾ 40 ਸਾਲਾਂ ਤੀਕ। ਤੇ 40 ਤੋਂ ਬਾਅਦ ਫਿਰ ਪੈਰ ਪਿਛਾਂਹ ਨੂੰ ਖਿਸਕਣ ਲੱਗ ਪੈਂਦੇ ਬਿਰਧ ਅਵਸਥਾ ਵੱਲ ਨੂੰ। 10 ਬਾਲ ਤਨ 20 ਰਵਣ, ਤੀਸਾ ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ। 40 ਦਾ ਪੂਰਾ ਹੋ ਗਿਆ, ਜਿੰਨੇ ਇਹਦਾ ਕੱਦ ਕਾਠ ਹੋਣਾ ਸੀ, ਵਧਣਾ ਫੁੱਲਣਾ ਸੀ, ਜਿੰਨਾ ਇਹਦਾ ਜੁੱਸਾ ਭਰਨਾ ਸੀ ਭਰ ਗਿਆ। 40 ਸੀ ਪੁਰ ਹੋਏ, 85 ਪੱਗ ਖਿਸੈ। 50 ਤੋਂ ਪੈਰ ਪਿਛਾਂਹ ਨੂੰ ਖਿਸਕਣ ਲੱਗ ਪਏ, ਫਿਰ ਇਹ ਲਿੱਸਾ ਹੋਣ ਲੱਗ ਪਿਆ, ਕਮਜ਼ੋਰ ਹੋਣ ਲੱਗ ਪਿਆ। 85 ਪੱਗ ਖਿਸੈ, 60 ਕੇ ਬੋਡੇ ਪਾਇ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਿਹ ਜਾਸਣੀ, ਮੂਲ ਨਾ ਜਾਣੇ ਅਪ ਬਾਲ, ਟੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੂਏ ਕਾ ਧਵਲ ਹਾਰ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਖਾਂਦਿਆਂ ਖਾਂਦਿਆਂ ਮੋਹ ਘੱਠਾ, ਪਰਮੇਸ਼ਰ ਦੇ ਦਿੱਤੇ ਪਦਾਰਥ, ਦਿੱਤੀਆਂ ਦਾਤਾਂ ਖਾਂਦਿਆਂ ਖਾਂਦਿਆਂ ਮੋਹ ਘਸ ਗਿਆ। ਪੈ ਨੰਦਿਆ ਸਭ ਅੰਗ, ਤੇ ਪਹਿਨਦਿਆਂ ਪਹਿਨਦਿਆਂ ਕਿੰਨੇ ਜੀਵਨ ਦੇ ਵਿੱਚ ਬਸਤਰ ਪਹਿਨੇ, ਤੇ ਸਰੀਰ ਦੇ ਅੰਗ ਘਸ ਗਏ, ਸਰੀਰ ਲਿੱਸਾ ਕਮਜ਼ੋਰ ਹੋ ਗਿਆ। ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਆ, ਤ੍ਰਿਕਾਰ ਵਾ ਉਹਨਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਪਰਮੇਸ਼ਰ ਦੀਆਂ ਦਾਤਾਂ ਖਾਧੀਆਂ, ਪਰਮੇਸ਼ਰ ਦੇ ਦਿੱਤੇ ਬਸਤਰ ਪਹਿਨੇ, ਪਰ ਫਿਰ ਵੀ ਉਸ ਸੱਚ ਨਾਲ ਰੰਗ ਨਹੀਂ ਲੱਗਾ, ਫਿਰ ਵੀ ਉਸ ਸੱਚ ਦੇ ਨਾਲ ਪ੍ਰੇਮ ਨਹੀਂ ਲੱਗਾ। ਜਿਸ ਦੀਆਂ ਦਿੱਤੀਆਂ ਦਾਤਾਂ ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਪਹਿਨਦਿਆਂ ਪਹਿਨਦਿਆਂ ਸਰੀਰ ਦੇ ਅੰਗ ਘਸ ਗਏ, ਭਾਵ ਸਰੀਰ ਲਿੱਸਾ ਹੋ ਗਿਆ, ਕਮਜ਼ੋਰ ਹੋ ਗਿਆ। ਇੰਨੀਆਂ ਦਾਤਾਂ ਪਰਮੇਸ਼ਰ ਦੀਆਂ ਦਿੱਤੀਆਂ ਵਰਤੀਆਂ, ਪਰ ਫਿਰ ਵੀ ਕਦੀ ਉਹਦਾ ਧੰਨਵਾਦ ਨਹੀਂ ਕੀਤਾ, ਉਸ ਦਾ ਸ਼ੁਕਰਾਨਾ ਨਹੀਂ ਕੀਤਾ। ਮਹਾਰਾਜ ਕਹਿੰਦੇ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਉਹਨਾਂ ਦੇ ਜੀਵਨ ਨੂੰ ਤ੍ਰਿਕਾਰ ਹੈ ਜਿਨ ਸੱਚ ਨਾ ਲੱਗੋ ਰੰਗ, ਜਿਨ੍ਹਾਂ ਦਾ ਅਜੇ ਵੀ ਸੱਚ ਦੇ ਨਾਲ ਪ੍ਰੇਮ ਨਹੀਂ ਲੱਗਾ। ਜਿਹੜਾ ਧ੍ਰਿਗ ਸ਼ਬਦ ਹੈ ਨਾ, ਇਹਦੇ ਅਰਥ ਕੀਤੇ ਗੁਰਮੁਖਾਂ ਨੇ, ਮਹਾਂਪੁਰਖਾਂ ਨੇ, ਵੀ 100 ਵਾਰੀ ਫਿਟੇ ਮੂੰਹ ਆਖੀਏ ਤੇ ਇੱਕ ਲਾਹਣਤ ਬਣਦੀ ਆ। 100 ਵਾਰੀ ਲਾਹਣਤ ਆਖੀਏ ਤੇ ਫਿਰ ਇੱਕ ਧ੍ਰਿਗ ਦਾ ਅਰਥ ਹੁੰਦਾ ਹੈ, ਧ੍ਰਿਗ। ਤੇ ਬਾਣੀ 'ਚ ਧ੍ਰਿਗ ਸ਼ਬਦ ਬਹੁਤ ਵਾਰੀ ਆਇਆ ਹੈ। ਜਦੋਂ ਆਪਾਂ ਸੰਧਿਆ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਚੌਥੇ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ, ਤਾਂ ਮਹਾਰਾਜ ਸਾਹਿਬ ਜੀ ਉੱਥੇ ਕਹਿੰਦੇ ਆ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀ ਵਾਸ। ਜਿਹੜੇ ਭਾਈ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਤੇ ਖਾਂਦੇ ਆ, ਤੇ ਕਰੀ ਸਤ ਸੰਗਤ ਵਿੱਚ ਆ ਕੇ ਸ਼ੁਕਰਾਨਾ ਹੀ ਨਹੀਂ ਕੀਤਾ, ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਬਾਣੀ ਨਹੀਂ ਸੁਣੀ, ਤੇ ਮਹਾਰਾਜ ਕਹਿੰਦੇ ਜਿੰਨਾ ਪਿੱਛੇ ਜੀਵਨ ਜਿਉਂ ਲਿਆ ਨਾ, ਭਾਵੇਂ ਖਾ ਬਹੁਤ ਕੁਝ ਲਿਆ, ਪਾ ਬਹੁਤ ਕੁਝ ਲਿਆ, ਤੇ ਮਨੁੱਖ ਨੇ ਇਹੀ ਜ਼ਿੰਦਗੀ ਸਮਝੀ ਹੋਈ ਆ ਵੀ ਚੰਗਾ ਖਾ ਲੈਣਾ ਹੀ ਜ਼ਿੰਦਗੀ ਆ, ਚੰਗੇ ਬਸਤਰ ਪਹਿਨ ਲੈਣੇ ਹੀ ਜ਼ਿੰਦਗੀ ਆ। ਮਹਾਰਾਜ ਕਹਿੰਦੇ ਨਹੀਂ,
ਜੇ ਬੰਦਗੀ ਨਹੀਂ ਤੇ ਇਹਦਾ ਨਾਮ ਜ਼ਿੰਦਗੀ ਨਹੀਂ। ਸਤਿਗੁਰੂ ਕਹਿੰਦੇ ਇਹ ਤਾਂ ਤਰਕਾਰ ਯੋਗ ਆ। ਜਿੰਨਾ ਪਿੱਛੇ ਜੀ ਲਿਆ ਉਹ ਵੀ ਲਾਹਣਤ ਯੋਗ। ਤੇ ਜਿਹੜੀ ਅੱਗੇ ਜਿਉਣ ਦੀ ਆਸ ਲਾਈ ਹੋਈ ਨਾ, ਆਸ ਤਾਂ ਹੁੰਦੀ ਆ ਬੰਦੇ ਨੂੰ ਵੀ ਇੰਨੀ ਮੇਰੀ ਸਰੀਰ ਕਾਰਬਲਾ ਹੋ ਗਈ ਹੈ, ਇੰਨੇ ਸਾਲ ਤੇ ਹੋਰ ਕੱਢਾਂਗਾ ਹੀ ਨਾ। ਹਰ ਕੋਈ ਆਸ ਤਾਂ ਲਾਈ ਬੈਠਾ ਹੈ ਨਾ। ਭਾਵੇਂ ਗੁਰੂ ਸਾਹਿਬ ਕਹਿੰਦੇ ਵੀ ਅਗਲੇ ਸਾਹ ਦਾ ਨਹੀਂ ਪਤਾ, ਅਗਲੇ ਦਮ ਦਾ ਨਹੀਂ ਪਤਾ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਨਾਨਕ ਬਿਨਵੈ ਤਿਸੈ ਸਰੇਵਾ, ਜਾ ਕੇ ਜੀ ਪ੍ਰਾਣਾ। ਪਰ ਮਨੁੱਖ ਨੇ ਆਸ ਤਾਂ ਲਾਈ ਹੋਈ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਕਹਿੰਦੇ ਵੀ ਜਿਹੜਾ ਪਿੱਛੇ ਜੀ ਲਿਆ ਉਹ ਵੀ ਤਰਕਾਰ ਯੋਗ, ਜੋ ਅੱਗੇ ਜੀਵਨ ਦੀ ਆਸ ਲਾਈ ਹੋਈ ਆ ਉਹ ਵੀ ਲਾਹਣਤ ਯੋਗ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਵੀ ਐਸਾ ਬਚਨ ਆਉਂਦਾ ਹੈ ਸਾਧ ਸੰਗਤ ਜੀ। ਸਤਿਗੁਰੂ ਦੋ ਵਾਰੀ ਸ਼ਬਦ ਵਰਤਦੇ ਆ ਤ੍ਰਿਗ, ਤੇ ਇਹ ਨਿਯਮ ਹੈ ਵੀ ਜਿਹੜਾ ਸ਼ਬਦ 2 ਵਾਰੀ ਆ ਜਾਵੇ ਨਾ, ਵੈਸੇ ਤਾਂ ਇੱਕ ਤ੍ਰਿਗ ਦਾ ਹੀ ਕਿੰਨੀਆਂ ਲਾਹਣਤਾਂ ਬਣ ਜਾਂਦੀਆਂ, ਤੇ 2 ਵਾਰੀ ਤ੍ਰਿਗ ਆਖਿਆ। ਜਿਹੜਾ ਸ਼ਬਦ 2 ਵਾਰੀ ਵਰਤਿਆ ਜਾਵੇ ਉਹ ਬਹੁਵਚਨ ਬਣ ਜਾਂਦਾ ਹੈ। ਜਿਵੇਂ ਜਨਮ ਜਨਮ ਇਹ ਬਾਣੀ 'ਚ ਆਉਂਦਾ ਹੈ, 2 ਵਾਰੀ ਆ ਗਿਆ, ਉੱਥੇ ਫਿਰ ਅਰਥ ਬਣਦਾ ਕਈ ਜਨਮ, ਅਨੇਕਾਂ ਜਨਮ। ਜਿਵੇਂ ਬਚਨ ਆਉਂਦਾ ਨਾ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਤ੍ਰਿਗ ਸ਼ਬਦ ਜਦੋਂ ਵਰਤਿਆ ਤੇ ਤੀਜੇ ਪਾਤਸ਼ਾਹ ਕਹਿੰਦੇ ਤ੍ਰਿਗ ਖਾਇਆ, ਤ੍ਰਿਗ ਸੋਇਆ, ਤ੍ਰਿਗ ਕਾਪੜ ਅੰਗ ਚੜਾਇਆ। ਮਹਾਰਾਜ ਕਹਿੰਦੇ ਜੇ ਤੂੰ ਨਾਮ ਨਹੀਂ ਨਾ ਜਪਦਾ, ਬਾਣੀ ਨਹੀਂ ਪੜ੍ਹਦਾ, ਤੇ ਤੂੰ ਕਹਿੰਦਾ ਹੈ ਵੀ ਵੇਲ ਹੀ ਨਹੀਂ ਮਿਲਦਾ, ਵੀ ਬਾਕੀ ਸੰਸਾਰੀ ਕੰਮਾਂ ਨੂੰ ਧੰਦਿਆਂ ਨੂੰ ਤੂੰ ਪਹਿਲ ਦਿੱਤੀ ਹੋਈ ਹੈ, ਤੇ ਕਹਿੰਦਾ ਹੈ ਵੀ ਨਿਤਨੇਮ ਕਰਨ ਵਾਸਤੇ ਵੇਲ ਨਹੀਂ ਮਿਲਦਾ, ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਨ ਵਾਸਤੇ ਵੇਲ ਨਹੀਂ ਮਿਲਦਾ, ਰਾਤੀ ਕੀਰਤਨ ਸੋਹਿਲੇ ਦਾ ਜਾਪ ਕਰਨ ਵਾਸਤੇ ਵੇਲ ਨਹੀਂ ਮਿਲਦਾ, ਤੇ ਮੇਰਾ ਜੀਵਨ ਬੜਾ ਰੁੱਝਿਆ ਹੋਇਆ ਹੈ, ਵੀ ਮੈਂ ਬਹੁਤਾ ਜ਼ਿਆਦਾ ਰੁੱਝਿਆ ਰਹਿੰਦਾ ਵਾਂ। ਤੇ ਸਤਿਗੁਰੂ ਕਹਿੰਦੇ ਵੀ ਫਿਰ ਤੇਰੇ ਖਾਣ ਨੂੰ ਵੀ ਤਰਕਾਰ ਹੈ, ਤੇਰੇ ਸੌਣ ਨੂੰ ਵੀ ਤਰਕਾਰ ਹੈ, ਤੇ ਤੇਰੇ ਕੱਪੜੇ ਪਹਿਨਣ ਨੂੰ ਵੀ ਤਰਕਾਰ ਹੈ। ਧੁਰ ਕੀ ਬਾਣੀ 'ਚ ਬਚਨ ਅੰਕਿਤ ਹੈ, ਤੇ ਤੀਜੇ ਪਾਤਸ਼ਾਹ ਦੀ ਰਸਨਾ ਦਾ ਇਹ ਪਵਿੱਤਰ ਸ਼ਬਦ ਹੈ। ਮਹਾਰਾਜ ਕਹਿੰਦੇ ਤ੍ਰਿਗ ਖਾਇਆ, ਤ੍ਰਿਗ ਸੋਇਆ, ਤ੍ਰਿਗ ਕਾਪੜੇ ਅੰਗ ਚੜਾਇਆ, ਤ੍ਰਿਗ ਸਰੀਰ। ਫਿਰ ਸਰੀਰ ਨੂੰ ਵੀ ਵੇਖੋ, ਬਾਣੀ ਦੇ ਵਿੱਚ ਬਹੁਤ ਵਡਿਆਈ ਕੀਤੀ ਮਨੁੱਖਾ ਜਨਮ ਦੀ। ਆਖਿਆ 84 ਲੱਖ ਜੂਣ ਦਾ ਸਰਦਾਰ ਹੈ, ਤੇ ਬਹੁਤ ਵਡਿਆਇਆ ਵੀ ਆ। ਪਰ ਮਹਾਰਾਜ ਕਹਿੰਦੇ ਜੇ ਬੰਦਗੀ ਨਹੀਂ, ਨਾਮ ਨਹੀਂ, ਤੇ ਫਿਰ ਸਰੀਰ ਨੂੰ ਵੀ ਲਾਹਣਤ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਇਹ ਅਮੋਲਕ ਜਨਮ, ਮਨੁੱਖਾ ਜਨਮ, ਇਹ ਤੈਨੂੰ ਪੌੜੀ ਮਿਲੀ ਹੈ ਸੱਚਖੰਡ ਪਹੁੰਚਣ ਦੀ, ਗੁਰੂ ਤੱਕ ਪਹੁੰਚਣ ਦੀ। ਤੇ ਜੇ ਇਸ ਵਿੱਚ ਤੂੰ ਪ੍ਰਭੂ ਦਾ ਨਾਮ ਨਹੀਂ ਨਾ ਜਪਦਾ, ਤੇ ਮਹਾਰਾਜ ਕਹਿੰਦੇ ਫਿਰ ਅਮੋਲਕ ਜਨਮ ਨੂੰ ਤੂੰ ਅਜਾਈਂ ਗਵਾ ਦਿੱਤਾ ਹੈ। ਰਹਿਤਨਾਮੇ 'ਚ ਬਚਨ ਆਉਂਦੇ ਸਾਧ ਸੰਗਤ ਜੀ, ਬਿਨ ਜਪ ਜਾਪ ਜਪੈ ਬਿਨਾ, ਜੋ ਜੇਵੈ ਪ੍ਰਸਾਦ, ਸੋ ਵਿਸ਼ਟਾ ਕਾ ਕਰਮ ਹੋਏ, ਜਨਮ ਗਵਾਵੈ ਬਾਦ। ਆਖਿਆ ਜੋ ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹੇ ਤੋਂ ਬਿਨਾਂ ਹੀ ਕੋਈ ਖਾ ਪੀ ਲੈਣਾ ਹੈ, ਤੇ ਮਹਾਰਾਜ ਕਹਿੰਦੇ ਫਿਰ ਤਾਂ ਵਿਸ਼ਟਾ ਦੇ ਕੀੜੇ ਹੋਣ ਦੇ ਤੁੱਲ ਹੈ। ਵਿਸ਼ਟਾ ਦਾ ਕੀੜਾ ਹੋ ਕਰਕੇ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ। ਆਸਾ ਕੀ ਵਾਰ ਦਾ ਜਾਪ ਹੋਇਆ, ਕੀਰਤਨ ਹੋਇਆ, ਤੇ ਆਸਾ ਕੀ ਵਾਰ 'ਚ ਮਹਾਰਾਜ ਕਹਿੰਦੇ ਵੀ 5 ਪਵਿੱਤਰ ਚੀਜ਼ਾਂ ਮਿਲੀਆਂ ਤੇ ਬੜਾ ਸੋਹਣਾ ਭੋਜਨ ਤਿਆਰ ਹੋਇਆ। ਉੱਥੇ ਦੇਵਤਾ ਸ਼ਬਦ ਵਰਤਿਆ, ਪਵਿੱਤਰ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, 5ਵਾਂ ਪਾਇਆ ਘਿਰਤ, 5ਵਾਂ ਵਿੱਚ ਘਿਓ ਪਾਇਆ, ਤਾਂ ਹੋਆ ਪਾਕ ਪਵਿੱਤ। ਫਿਰ ਪਵਿੱਤਰ ਇੱਕ ਭੋਜਨ ਪਦਾਰਥ ਤਿਆਰ ਹੋ ਗਿਆ। ਤੇ ਮਹਾਰਾਜ ਕਹਿੰਦੇ ਵੀ ਜਦੋਂ ਐਸਾ ਸੋਹਣਾ ਉਹ ਭੋਜਨ ਇਸ ਸਰੀਰ ਦੇ ਵਿੱਚ ਗਿਆ ਨਾ, ਇਹਦੇ ਨਾਲ ਮਿਲਿਆ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਤੇ ਫਿਰ ਉਹ ਵਿਸ਼ਟਾ ਦਾ ਰੂਪ ਧਾਰਨ ਕਰ ਲਿਆ। ਕਿੱਥੇ ਉਹਨੂੰ ਦੇਵਤਾ ਆਖਿਆ ਸੀ, ਪਵਿੱਤਰ ਆਖਿਆ ਸੀ, ਤੇ ਉਹ ਗੰਦਗੀ ਦਾ ਰੂਪ ਉਹਨੇ ਧਾਰਨ ਕਰ ਲਿਆ। ਤੇ ਵਿਸ਼ਟਾ ਨੂੰ ਵੇਖ ਕੇ ਹਰ ਕੋਈ ਥੁੱਕ ਸੁੱਟਦਾ ਹੈ। ਥੁੱਕਾਂ ਪਈਆਂ ਤਿੱਤ, ਇਹ ਦਿੱਤਾ ਹੈ ਦ੍ਰਿਸ਼ਟਾਂਤ, ਇਹਦੇ ਤੋਂ ਅੱਗੇ ਹੈ ਦਾ ਦ੍ਰਿਸ਼ਟਾਂਤ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿਤ ਮੁਖ ਨਾਮ ਨਾ ਉਚਰਹਿ,
ਬਿਨ ਨਾਵੈ ਰਸ ਖਾਹੇ, ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਜਿਤ ਮੁਖ ਤੋਂ ਨਾਮ ਨਹੀਂ ਉਚਾਰਨ ਕੀਤਾ ਜਾਂਦਾ ਤੇ ਪਦਾਰਥਾਂ ਨੂੰ ਐਵੇਂ ਹੀ ਖਾ ਲੈਂਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਮੁੱਖਾਂ ਦੇ ਉੱਤੇ ਵੀ ਲਾਹਣਤਾਂ ਦੀਆਂ ਥੁੱਕਾਂ ਪੈਂਦੀਆਂ ਵੀ ਮਨੁੱਖਾ ਜਨਮ ਤਾਂ ਮਿਲਿਆ ਸੀ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਤੂੰ ਲਾਲਚਾਂ ਦੇ ਵਿੱਚ ਪੈ ਕਰਕੇ ਪਰਮੇਸ਼ਰ ਦੀ ਬੰਦਗੀ ਭੁਲਾ ਦਿੱਤੀ। ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਤਾਂ ਪੰਚਮ ਪਾਤਸ਼ਾਹ ਨੇ ਆਖਿਆ, ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਉਹਨਾਂ ਦੇ ਜੀਵਨ ਨੂੰ ਧਰਕਾਰ ਜਿਨ੍ਹਾਂ ਦੇ ਅੰਦਰ ਸੱਚ ਨਾਲ ਪ੍ਰੇਮ ਹੀ ਨਹੀਂ ਲੱਗਾ। ਪੌੜੀ ਅੱਗੇ ਪੌੜੀ 'ਚ ਕਿਰਪਾ ਕਰਦੇ, ਇਹ 18ਵੀਂ ਪੌੜੀ ਹੈ ਗੂਜਰੀ ਕੀ ਦੂਸਰੀ ਵਾਰ ਦੀ। ਇਹਦੀਆਂ 21 ਪੌੜੀਆਂ ਵਾ ਤੇ 18ਵੀਂ ਪੌੜੀ 'ਚ ਮਹਾਰਾਜ ਕਿਰਪਾ ਕਰਦੇ ਵੀ ਗੁਰਮੁਖਾਂ ਦੀ ਅਵਸਥਾ ਤੇ ਇਹ ਆ, ਗੁਰਮੁਖ ਨਾਮ ਜਪਦੇ ਹੋਇਆ ਪਰਮੇਸ਼ਰ ਦੇ ਭਾਣੇ 'ਚ ਰਹਿੰਦੇ ਆ, ਹੰਕਾਰ ਨਹੀਂ ਕਰਦੇ। ਉਹ ਕਹਿੰਦੇ ਆ, ਬੇਨਤੀ ਕਰਦੇ ਆ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ। ਕਿ ਪ੍ਰਭੂ ਜਿਵੇਂ ਜਿਵੇਂ ਆਪ ਜੀ ਦਾ ਹੁਕਮ ਹੈ ਨਾ ਵਰਤਦਾ, ਉਸੇ ਤਰ੍ਹਾਂ ਹੀ ਹੋਣਾ ਹੈ ਜਿਵੇਂ ਆਪ ਹੁਕਮ ਕਰਦੇ ਹੋ। ਕਿਉਂਕਿ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਤੁਸੀਂ ਪੈਦਾ ਕੀਤੀ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਇਹ ਗੁਰਮੁਖਾਂ ਦੀ ਅਵਸਥਾ ਹੈ। ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ। ਇਹ ਪ੍ਰਭੂ ਜਿਵੇਂ ਜਿਵੇਂ ਆਪ ਜੀ ਹੁਕਮ ਕਰਦੇ ਹੋ ਉਸੇ ਤਰ੍ਹਾਂ ਹੀ ਹੋਣਾ ਹੈ, ਉਸੇ ਤਰ੍ਹਾਂ ਹੀ ਵਰਤਾਰਾ ਵਰਤਣਾ ਹੈ। ਜਹ ਜਹ ਰੱਖਹਿ ਆਪ, ਤਹ ਜਾਏ ਖੜੋਵਣਾ। ਜਿੱਥੇ ਜਿੱਥੇ ਤੁਸੀਂ ਸਾਨੂੰ ਰੱਖਦੇ ਹੋ ਆਪਣੇ ਹੁਕਮ ਦੇ ਅਨੁਸਾਰ, ਅਸੀਂ ਉੱਥੇ ਹੀ ਜਾ ਕੇ ਖੜੋਣਾ ਹੈ। ਤੁਸੀਂ ਗਰੀਬੀ ਵਿੱਚ ਰੱਖੋ, ਅਮੀਰੀ ਵਿੱਚ ਰੱਖੋ, ਮਹਾਰਾਜ ਤੁਸੀਂ ਜਿੱਥੇ ਸਾਨੂੰ ਖਿਲਾਰਦੇ ਹੋ ਅਸੀਂ ਉੱਥੇ ਜਾ ਕੇ ਖੜੋਣਾ ਹੈ ਜੀਵਾਂ ਨੇ। ਨਾਮ ਤੇਰਾ ਕੈ ਰੰਗ, ਦੁਰਮਤ ਧੋਵਣਾ। ਇਹ ਪ੍ਰਭੂ ਤੇਰੇ ਨਾਮ ਦੇ ਨਾਲ ਰੰਗ ਕਰਕੇ, ਰੰਗ ਨਾਮ ਹੈ ਪ੍ਰੇਮ ਦਾ, ਤੇਰੇ ਨਾਮ ਦੇ ਨਾਲ ਪ੍ਰੇਮ ਲਾ ਕਰਕੇ ਫਿਰ ਖੋਟੀ ਮੱਤ ਨੂੰ ਮਹਾਰਾਜ ਅਸੀਂ ਧੋਣਾ ਹੈ। ਕਿਰਪਾ ਕਰੋ ਤੇਰੇ ਨਾਮ ਦੇ ਨਾਲ ਰੰਗ ਲੱਗ ਜਾਵੇ, ਪ੍ਰੇਮ ਲੱਗ ਜਾਵੇ ਤੇ ਅਸੀਂ ਭੈੜੀ ਮੱਤ ਨੂੰ, ਦੁਰਮਤ ਨੂੰ ਧੋ ਸਕੀਏ। ਜਪ ਜਪ ਤੁਧ ਨਿਰੰਕਾਰ, ਭਰਮ ਭਉ ਖੋਵਣਾ। ਹੇ ਆਕਾਰ ਤੋਂ ਰਹਿਤ, ਚੱਕਰ ਚਿਹਨ ਤੋਂ ਰਹਿਤ ਪ੍ਰਭੂ ਜੀ, ਨਿਰੰਕਾਰ ਪਰਮੇਸ਼ਰ ਜੀ, ਆਪ ਜੀ ਦੇ ਨਾਮ ਨੂੰ ਜਪ ਜਪ ਕੇ ਅਸੀਂ ਭਰਮ ਨੂੰ, ਭੁਲੇਖੇ ਨੂੰ ਅਤੇ ਡਰ ਨੂੰ ਨਾਸ ਕਰ ਸਕੀਏ। ਆਪ ਕਿਰਪਾ ਕਰੋ। ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਜਪਿਆ ਉਹਨਾਂ ਦਾ ਭਰਮ ਵੀ ਦੂਰ ਹੋ ਗਿਆ, ਉਹਨਾਂ ਦਾ ਡਰ ਵੀ ਖਤਮ ਹੋ ਗਿਆ। ਭਰਮ ਹੁੰਦਾ ਹੈ ਭੁਲੇਖਾ, ਹੋਰ ਨੂੰ ਹੋਰ ਸਮਝ ਲੈਣਾ। ਤੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਭਰਮ ਇਹ ਹੈ, ਭੱਬਾ ਭਰਮ ਮਿਟਾਵਹੁ ਆਪਣਾ, ਇਹ ਆ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿਧ ਸਾਧਕ ਬ੍ਰਹਮੇਵਾ। ਜੋ ਤੇਰਾ ਰੰਗ ਰਤੇ, ਸੇ ਜੋਨ ਨਾ ਜੋਵਣਾ। ਇਹ ਪ੍ਰਭੂ ਜਿਹੜੇ ਤੇਰੇ ਰੰਗ ਪ੍ਰੇਮ ਦੇ ਵਿੱਚ ਰੰਗੇ ਗਏ, ਉਹਨਾਂ ਨੂੰ ਫਿਰ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ ਹੈ। ਉਹ ਜੂਨੀਆਂ ਵਿੱਚ ਨਹੀਂ ਜੁਪਦੇ ਹਨ। ਮਾਝੇ ਦੀ ਬੋਲੀ ਹੈ, ਰੇੜੇ ਦੇ ਵਿੱਚ, ਗੱਡੇ ਦੇ ਵਿੱਚ ਜਦੋਂ ਕੋਈ ਬਲਦ ਪਾਇਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਹੈ ਵੀ ਗੱਡੇ ਤੇ ਜੋਣਾ, ਗੱਡੇ ਵਿੱਚ ਜੁਪਣਾ, ਪਾਉਣਾ। ਵੀ ਜਿਵੇਂ ਗੱਡੇ ਦੇ ਵਿੱਚ ਪਾ ਕੇ, ਰੇੜੇ 'ਚ ਪਾ ਕੇ ਕਿਸੇ ਬਲਦ ਨੂੰ ਜੋਇਆ ਜਾਂਦਾ ਨਾ, ਇਸ ਤਰ੍ਹਾਂ ਮਹਾਰਾਜ ਉਹਨਾਂ ਨੂੰ ਜੂਨਾਂ ਵਿੱਚ ਨਹੀਂ ਜੋਇਆ ਜਾਂਦਾ। ਤੇ ਜੋਵਣਾ ਨਾਮ ਵੇਖਣ ਦਾ ਵੀ ਹੁੰਦਾ ਹੈ। ਉਹਨਾਂ ਨੂੰ ਜੂਨੀਆਂ ਨਹੀਂ ਵੇਖਣੀਆਂ ਪੈਂਦੀਆਂ ਜਿਹੜੇ ਤੇਰੇ ਰੰਗ ਪ੍ਰੇਮ ਵਿੱਚ ਰਤੇ ਹੋਏ ਆ। ਅੰਤਰ ਬਾਹਰ ਇੱਕ, ਨੈਣ ਆਲੋਵਣਾ। ਕਿਉਂਕਿ ਉਹਨਾਂ ਗੁਰਮੁਖਾਂ ਨੇ ਆਪਣੇ ਅੰਤਰ ਵੀ ਤੇ ਬਾਹਰ ਸੰਸਾਰ ਵਿੱਚ ਵੀ ਆਪਣੇ ਨੇਤਰਾਂ ਦੇ ਨਾਲ ਇੱਕ ਨੂੰ ਹੀ ਵੇਖਣਾ ਕੀਤਾ ਹੈ ਤਾਂ ਸਾਰੇ ਪਾਸੇ ਇੱਕ ਹੀ, ਪਰ ਇੱਕ ਨੂੰ ਵੇਖਣ ਵਾਲੇ ਨੇਤਰ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੁੰਦੇ ਆ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਏ ਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ।
ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਪੰਚਮ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਨੂੰ ਪਛਾਣ ਲਿਆ, ਗੁਰੂ ਸਾਹਿਬ ਜੀ ਦੇ ਪਾਸੋਂ ਪਛਾਣਿਆ ਜਾਂਦਾ ਹੈ ਵਾਹਿਗੁਰੂ ਦਾ ਹੁਕਮ। ਜਿਨ੍ਹਾਂ ਨੇ ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਹੁਕਮ ਨੂੰ ਪਛਾਣ ਲਿਆ, ਤਿੰਨ ਕਦੇ ਨਾ ਰੋਵਣਾ, ਉਹਨਾਂ ਨੂੰ ਕਦੇ ਰੋਣਾ ਨਹੀਂ ਪੈਂਦਾ। ਇੱਥੇ ਨਾਵੇਂ ਪਾਤਸ਼ਾਹ ਦੇ ਸਾਹਮਣੇ ਭਾਈ ਮਤੀ ਦਾਸ ਦੇ ਸੀਸ ਉੱਤੇ ਆਰਾ ਰੱਖ ਕਰਕੇ ਜਿਸ ਵੇਲੇ ਚਲਾਇਆ ਗਿਆ, ਉਹਨੇ ਆਖਿਆ ਮੇਰਾ ਚਿਹਰਾ ਨਾਵੇਂ ਪਾਤਸ਼ਾਹ ਦੇ ਪਿੰਜਰੇ ਵਾਲੇ ਪਾਸੇ ਕਰ ਦਿਓ, ਮੈਂ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਤੇ ਆਰਾ ਸਿਰ ਤੇ ਚੱਲਦਾ ਰਿਹਾ। ਜਦੋਂ ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਤੇ ਆਏ ਤੇ ਸਰੀਰ ਦੋ ਟੋਟੇ ਹੋ ਗਿਆ, ਪਰ ਦੋਵਾਂ ਟੋਟਿਆਂ ਵਿੱਚੋਂ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ ਨਿਰੰਤਰ। ਜਿੰਨਾ ਚਿਰ ਅਖੀਰਲੀਆਂ ਪੰਕਤੀਆਂ ਨਹੀਂ ਭਾਈ ਸਾਹਿਬ ਨੇ ਪੜ੍ਹੀਆਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਨਹੀਂ ਕੋਈ ਡਰ ਭਾਈ ਦਿਆਲਾ ਜੀ ਦੇ ਮਨ ਵਿੱਚ, ਨਹੀਂ ਕੋਈ ਡਰ ਭਾਈ ਸਤੀਦਾਸ ਜੀ ਦੇ ਮਨ ਦੇ ਵਿੱਚ। ਰੂਹ ਵਿੱਚ ਲਪੇਟ ਕੇ ਸਿੱਖ ਨੂੰ ਜਿਉਂਦੇ ਨੂੰ ਸਾੜ ਕੇ ਸ਼ਹੀਦ ਕੀਤਾ ਗਿਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਵੇਂ ਪਾਤਸ਼ਾਹ ਗਰੀਬ ਨਵਾਜ ਨੇ ਜਿੱਥੇ ਇਸ ਥਾਂ ਦੇ ਉੱਤੇ ਭਾਣਾ ਮੰਨਣ ਦਾ ਮਹਾਰਾਜ ਨੇ ਉਪਦੇਸ਼ ਬਖਸ਼ਿਆ ਤੇ ਜ਼ਬਰ ਤੇ ਜ਼ੁਲਮ ਨੂੰ ਸਬਰ ਤੇ ਸ਼ਾਂਤੀ ਦੇ ਨਾਲ ਠੱਲ ਪਾਈ ਮਹਾਰਾਜ ਸਾਹਿਬ ਜੀ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਕਹਿੰਦੇ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਅਖੀਰਲੀ ਪੰਕਤੀ 'ਚ ਫਰਮਾਉਂਦੇ ਨਾਓ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ। ਇਹ ਭਾਈ ਜਿਨ੍ਹਾਂ ਨੂੰ ਫਿਰ ਨਾਮ ਦੀ ਬਖਸ਼ੀਸ਼ ਹੁੰਦੀ ਹੈ, ਉਹ ਗੁਰਮੁਖ ਨਾਮ ਨੂੰ ਆਪਣੇ ਮਨ ਵਿੱਚ ਪਰੋ ਲੈਂਦੇ ਆ। ਜਿਸ ਤਰੀਕੇ ਦੇ ਨਾਲ ਸੂਈ ਧਾਗਾ ਲੈ ਕਰਕੇ ਮੋਤੀ ਪਰੋਏ ਜਾਂਦੇ ਆ ਨਾ, ਇਸ ਤਰ੍ਹਾਂ ਉਹ ਆਪਣੇ ਹਿਰਦੇ ਵਿੱਚ ਰਸਨਾ ਨਾਲ ਨਾਮ ਨੂੰ ਜਪਦੇ ਤੇ ਹਿਰਦੇ 'ਚ ਨਾਮ ਨੂੰ ਪਰੋ ਹੀ ਲੈਂਦੇ ਆ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਣਾ। ਇਹ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ। ਅਖੀਰ ਤੇ ਮਹਾਰਾਜ ਨੇ ਨਾਮ ਦੀ ਗੱਲ ਕਰਦਿਆਂ ਹੋਇਆਂ ਸਮਾਪਤੀ ਕੀਤੀ 18ਵੀਂ ਪੌੜੀ ਦੀ, ਨਾਓ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ। ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ ਭਾਈ, ਉਹਨਾਂ ਦੇ ਮਨ ਵਿੱਚ ਨਾਮ ਪ੍ਰਾਪਤ ਹੁੰਦਾ ਹੈ, ਉਹ ਨਾਮ ਨੂੰ ਮਨ ਵਿੱਚ ਪਰੋ ਲੈਂਦੇ ਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਹਿਲੀ ਵਾਰ ਇਸ ਪਵਿੱਤਰ ਸਥਾਨ ਤੇ ਸਤਿਗੁਰੂ ਨਾਵੇਂ ਪਾਤਸ਼ਾਹ ਤਿਲਕ ਜੰਨੂ ਦੇ ਰਾਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਹੈ। ਸਮੂਹ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗੁਰੂ ਕੇ ਸਿੱਖਾਂ ਦਾ ਬਹੁਤ ਬਹੁਤ ਧੰਨਵਾਦ। ਇਸ ਸਥਾਨ ਦੇ ਹੈਠ ਗ੍ਰੰਥੀ ਸਾਹਿਬਾਨ ਜੀ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ। ਅੰਤਰ ਬਾਹਰ ਇੱਕ ਨੈਣ ਆਲੋਵਣਾ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਨਾਓ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।